ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨ ਜਾਣੋ, ਨੀਚ ਮੂਰਖਾਰੇ। ਮਾਨ ਕਰਉ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਨ ਹਾਰੇ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ। ਚਬਰ ਛਤਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੀ ਸਾਧ ਸੰਗਤ ਜੀ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਦੇ ਅੰਦਰ ਹਮੇਸ਼ਾ ਹੀ ਸ਼ਹੀਦੀਆਂ ਦੇਣ ਵਾਲੇ, ਨਾਮ ਜਪਾਉਣ ਵਾਲੇ, ਪੰਥ ਦੀ ਗੱਲ ਕਰਨ ਵਾਲੇ ਸਤਿਕਾਰੇ ਜਾਂਦੇ ਨੇ। ਉਹਨਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਨੇ। ਐਸੀ ਇੱਕ ਬੰਦਗੀ ਤੇ ਭਗਤੀ ਦੇ ਵਿੱਚ ਭਿੱਜੀ ਰੂਹ ਸੰਤ ਬਾਬਾ ਤੇਜਾ ਸਿੰਘ ਜੀ, ਜਿਹੜੇ ਆਪਣੇ ਸਮੇਂ ਦੇ ਅੰਦਰ ਬਹੁਤ ਪੜ੍ਹੇ ਲਿਖੇ ਤੇ ਵਿਦਵਾਨ ਪੁਰਖ ਸਨ, ਜਿਨ੍ਹਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ।
ਅੱਜ ਦੇ ਜਿਹੜੇ ਦੀਵਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਸਮਾਪਤੀ ਤੱਕ ਇਹ ਇਹਨਾਂ ਮਹਾਂਪੁਰਖਾਂ ਨੂੰ ਸਮਰਪਿਤ ਹੈ। ਪੰਥ ਨੂੰ ਕੀ ਦੇਣ ਹੈ, ਉਹਨਾਂ ਦਾ ਜੀਵਨ ਕਿਹੋ ਜਿਹਾ ਸੀ, ਉਹਨਾਂ ਦੀ ਘਾਲਣਾ, ਉਹਨਾਂ ਦੀ ਕਮਾਈ ਕੀ ਸੀ, ਅੱਜ ਅਸੀਂ ਦਿਨ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ। ਅੰਮ੍ਰਿਤ ਵੇਲੇ ਇਸ ਪਾਵਨ ਅਸਥਾਨ ਦੇ ਉੱਤੇ ਦੀਵਾਨ ਸਜੇ, ਨਿਤਨੇਮ ਜੀ ਦੀਆਂ ਬਾਣੀਆਂ ਦੇ ਪਾਠ, ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਤਹਿਤ ਜੋ ਪਾਵਨ ਮੁਖ ਵਾਕ ਸਿੰਘ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਸੁਣਿਆ, ਉਹਦੀ ਵਿਚਾਰ ਸੁਣਨ ਵਾਸਤੇ ਬੈਠੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ ਸਾਧ ਸੰਗਤ ਜੀ, ਬਹੁਤ ਅਗਮ ਅਗਾਧ ਬੋਧ। ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸੁਣਨਾ, ਇਹ ਵੱਡੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ। ਵੱਡੇ ਭਾਗਾਂ ਵਾਲੇ ਹੋ ਤੁਸੀਂ। ਬਾਣੀ ਨੂੰ ਸੁਣਨ ਵਾਸਤੇ, ਬਾਣੀ ਨੂੰ ਸਮਝਣ ਵਾਸਤੇ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਜੁੜ ਬੈਠੇ, ਜਾਂ ਆਪਣੇ ਘਰਾਂ ਦੇ ਵਿੱਚ ਟੀਵੀ ਮਾਧਿਅਮ ਦੇ ਰਾਹੀਂ ਸੁਣਨ ਵਾਸਤੇ ਬੈਠ ਗਏ। ਸੁਣਨਾ ਇਹ ਕਥਨ ਤੋਂ ਵੀ ਉੱਤਮ ਹੈ। ਸੁਣ ਕੇ ਸਮਝਣਾ ਇਹ ਹੋਰ ਉੱਤਮ ਹੈ, ਤੇ ਸਮਝ ਕੇ ਮੰਨ ਲੈਣਾ ਇਹ ਅਤੀ ਉੱਤਮ ਹੈ। ਜਿਹੜਾ ਸਮਝ ਕੇ ਮੰਨ ਲੈਂਦਾ ਹੈ ਬਾਣੀ ਨੂੰ, ਉਹ ਬਾਣੀ ਦਾ ਰੂਪ ਹੋ ਜਾਂਦਾ ਹੈ। ਸਾਧ ਸੰਗਤ ਜੀ, ਜੋ ਅੱਜ ਮੁੱਖ ਵਾਕ ਚੱਲ ਰਹੀ ਲੜੀਵਾਰ ਕਥਾ ਤਹਿਤ ਅਸੀਂ ਗੁਰੂ ਪਿਆਰਿਓ ਸੁਣਿਆ ਤੇ ਉਸ ਦੀ ਵਿਚਾਰ ਅਸੀਂ ਸਮਝਣੀ ਹੈ। ਇਹ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ, ਗੌੜੀ ਰਾਗ ਦੇ ਵਿੱਚ ਸੁਭਾਈਮਾਨ ਹੈ। ਇਸ ਪਾਵਨ ਪਵਿੱਤਰ ਮਹਾਵਾਕ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕੀ ਸਮਝਾਉਂਦੇ ਹੈ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ ਹੈ ਔਰ ਆਪਣੀਆਂ ਹਿਰਦੇ ਰੂਪੀ ਝੋਲੀਆਂ ਦੇ ਵਿੱਚ ਭਰ ਕੇ ਘਰੇ ਲੈ ਜਾਣਾ। ਸ਼ਬਦ ਦਾ ਜਿਹੜਾ ਮੁੱਖ ਭਾਵ ਹੈ, ਜਿਹਨੂੰ ਅਸੀਂ ਕੇਂਦਰੀ ਭਾਵ ਕਹਿ ਸਕਦੇ ਹਾਂ, ਇਹ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਸੁਭਾਈਮਾਨ ਹੈ। ਇਹ ਰਹਾਉ ਦੀ ਪੰਕਤੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕੀ ਕਹਿੰਦੇ ਆ? ਗੁਰੂ ਪਿਆਰਿਓ, ਪਹਿਲਾਂ ਥੋੜਾ ਧਿਆਨ ਕੇਂਦਰਿਤ ਕਰਿਓ ਇਸ ਪੰਕਤੀ ਤੇ। ਕਹਿੰਦੇ, ਨਾ ਜਾਣਾ ਕਿਆ ਗਤ ਰਾਮ ਹਮਾਰੀ। ਇਹ ਅਕਾਲ ਪੁਰਖ ਨੂੰ ਸੰਬੋਧਨ ਹੈ, ਵਾਹਿਗੁਰੂ ਨੂੰ ਸੰਬੋਧਨ ਹੈ। ਸੁਣ ਅਸੀਂ ਰਹੇ, ਜਾਂ ਇਉਂ ਕਹਿ ਦਈਏ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਇਸ ਪਾਵਨ ਪੰਕਤੀ 'ਚ ਅਕਾਲ ਪੁਰਖ ਨਾਲ ਗੱਲਾਂ ਕਰਦੇ ਨੇ ਤੇ ਅਸੀਂ ਗੱਲਾਂ ਸੁਣ ਰਹੇ ਹਾਂ। ਹੁਣ ਦੋ ਵੱਡੀਆਂ ਹਸਤੀਆਂ ਗੱਲਾਂ ਕਰਦੀਆਂ ਹੋਣ ਤੇ ਜਿਹੜਾ ਤੀਸਰਾ ਕੋਲ ਬੈਠਾ ਹੈ, ਉਹ ਦੋ ਵੱਡੀਆਂ ਹਸਤੀਆਂ ਦੀਆਂ, ਦੋ ਵੱਡੇ ਵਿਦਵਾਨਾਂ ਦੀਆਂ, ਦੋ ਵੱਡੇ ਪੁਰਖਾਂ ਦੀਆਂ ਆਪਸ ਦੇ ਵਿੱਚ ਹੋ ਰਹੀਆਂ ਗੱਲਾਂ ਸੁਣ ਰਿਹਾ ਹੋਵੇ ਤਾਂ ਯਕੀਨਨ ਗੁਰੂ ਪਿਆਰਿਓ ਉਹਦੇ ਗਿਆਨ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੁੰਦਾ ਹੈ, ਉਹਨੂੰ ਲਾਭ ਬਹੁਤ ਵੱਡਾ ਹੁੰਦਾ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜੇ ਖੁਦ ਪਰਮੇਸ਼ਵਰ ਸਰੂਪ ਨੇ, ਉਹ ਅਕਾਲ ਪੁਰਖ ਨਾਲ ਗੱਲਾਂ ਕਰਦੇ ਆ ਤੇ ਅਸੀਂ ਸੁਣ ਰਹੇ। ਕੀ ਗੱਲਾਂ ਹੋ ਰਹੀਆਂ? ਇਤਿਹਾਸ ਦੇ ਵਿੱਚ
ਇੱਕ ਕਥਾ ਦਾ ਉਲੇਖ ਮਿਲਦਾ। ਕਹਿੰਦੇ ਇੱਕ ਵਾਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਬਚਨ ਬਲਾਸ ਕੀਤੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਇੱਕ ਇੱਛਾ ਹੈ। ਪਾਤਸ਼ਾਹ ਕਹਿਣ ਲੱਗੇ, ਦੱਸੋ। ਬ੍ਰਹਮ ਗਿਆਨੀ ਪੁਰਖ ਹੋ, ਹੁਕਮ ਕਰੋ। ਕਹਿੰਦੇ ਨਹੀਂ ਮਹਾਰਾਜ, ਬੇਨਤੀ ਹੈ ਕਿ ਜਦੋਂ ਮੇਰਾ ਇਸ ਸੰਸਾਰ ਤੋਂ ਜਾਣ ਦਾ ਵਕਤ ਆਇਆ, ਮੇਰੀ ਇੱਛਾ ਇਹ ਹੈ ਕਿ ਉਸ ਵਕਤ ਤੁਸੀਂ ਮੇਰੇ ਕੋਲ ਮੌਜੂਦ ਹੋਣੇ ਚਾਹੀਦੇ ਹੋ। ਮਹਾਰਾਜ ਕਹਿੰਦੇ ਠੀਕ ਹੈ ਬਾਬਾ ਜੀ, ਜਦੋਂ ਤੁਸੀਂ ਚੱਲਣਾ ਹੋਇਆ ਸੰਸਾਰ ਤੋਂ ਕੂਚ ਕਰਨ ਲਈ, ਯਾਦ ਕਰ ਲਿਓ, ਅਸੀਂ ਪਹੁੰਚ ਜਾਵਾਂਗੇ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਚਲਾਣੇ ਦਾ ਵਕਤ ਨੇੜੇ ਆਇਆ ਨਾ, ਤੇ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੰਦੇਸ਼ ਭੇਜਿਆ। ਉਸ ਵੇਲੇ ਪਾਤਸ਼ਾਹ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਦੇ ਉੱਤੇ ਬਿਰਾਜਮਾਨ ਸੀ। ਕਹਿੰਦੇ ਜਦੋਂ ਸੰਦੇਸ਼ ਮਿਲਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਤਤਕਾਲ ਘੋੜੇ ਤੇ ਸਵਾਰ ਹੋ ਕੇ ਤੇ ਸਤਿਗੁਰੂ ਜੀ ਚੱਲ ਪਏ ਬਾਬਾ ਬੁੱਢਾ ਸਾਹਿਬ ਜੀ ਦੇ ਨਗਰ ਵੱਲ। ਸਿੱਖ ਵੀ ਹੈਰਾਨ ਹੋਏ ਵੀ ਅਚਾਨਕ ਸਤਿਗੁਰੂ ਜੀ ਥੋੜੇ ਜਿਹੇ ਸਿੱਖਾਂ ਨੂੰ ਲੈ ਕੇ ਘੋੜੇ ਤੇ ਸਵਾਰ ਹੋ ਕੇ ਇਹ ਕਿੱਧਰ ਚੱਲ ਪਏ ਨੇ। ਮਹਾਰਾਜ ਸ਼ਾਮ ਦਾ ਵੇਲਾ ਸੀ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚ ਗਏ। ਸ਼ਾਮ ਨੂੰ ਇਕੱਠਿਆਂ ਹੀ ਬਾਬਾ ਬੁੱਢਾ ਸਾਹਿਬ ਜੀ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ। ਤੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਸ ਕੋਠੇ ਦੇ ਵਿੱਚ ਨਿਵਾਸ ਸੀ, ਉਸ ਕੋਠੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਆਸਣ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਆਸਣ ਲੱਗ ਪਿਆ। ਇਤਿਹਾਸ ਦੱਸਦਾ ਹੈ ਕਿ ਸਾਰੀ ਰਾਤ ਬਾਬਾ ਬੁੱਢਾ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਸ ਦੇ ਵਿੱਚ ਗੱਲਾਂ ਕਰੀ ਗਏ। ਹੁਣ ਗੁਰੂ ਪਿਆਰਿਓ, ਸੋਚੀਏ ਕਿਹੋ ਜਿਹੀਆਂ ਗੱਲਾਂ ਹੋਣਗੀਆਂ। ਕੋਈ ਦੁਨਿਆਵੀ ਗੱਲਾਂ ਤਾਂ ਹੋਣੀਆਂ ਨਹੀਂ। ਦੋ ਕਿਸਾਨ ਮਿਲ ਜਾਂਦੇ ਆ, ਕਿਸਾਨੀ ਦੀਆਂ ਗੱਲਾਂ ਕਰਦੇ ਆ। ਦੋ ਵਪਾਰੀ ਮਿਲ ਜਾਂਦੇ ਆ, ਵਪਾਰ ਦੀਆਂ ਗੱਲਾਂ ਕਰਦੇ ਆ। ਦੋ ਨੌਕਰੀ ਪੇਸ਼ਾ ਮਿਲ ਜਾਂਦੇ ਆ, ਉਹ ਨੌਕਰੀ ਚਾਕਰੀ ਦੀਆਂ ਗੱਲਾਂ ਕਰਦੇ ਆ। ਦੋ ਫੌਜੀ ਮਿਲ ਜਾਂਦੇ ਆ, ਉਹ ਫੌਜ ਦੀਆਂ ਗੱਲਾਂ ਕਰਦੇ। ਹੁਣ ਇੱਕ ਪਰਮੇਸ਼ਵਰ ਸਰੂਪ ਗੁਰੂ ਹਰਗੋਬਿੰਦ ਸਾਹਿਬ ਹੈ ਤੇ ਦੂਸਰੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਇਤਿਹਾਸ ਕਹਿੰਦਾ ਕਿ ਸਾਰੀ ਰਾਤ ਬਾਬਾ ਬੁੱਢਾ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲਾਂ ਕਰਦੇ ਰਹੇ। ਜਦੋਂ ਤੜਕੇ ਸਵਾ ਪਹਿਰ ਰਾਤ ਰਹਿੰਦੀ ਹੋਈ, ਕੋਈ 2:30-3 ਵਜੇ ਦਾ ਜਦੋਂ ਸਮਾਂ ਹੋਇਆ, ਤੇ ਉੱਠ ਕੇ ਦੋਨਾਂ ਹੀ ਮਹਾਨ ਹਸਤੀਆਂ ਨੇ ਇਸ਼ਨਾਨ ਕੀਤਾ, ਫੇਰ ਬਾਣੀ ਪੜ੍ਹੀ। ਤੇ ਜਦੋਂ ਫਿਰ ਬਾਣੀ ਪੜ੍ਹੀ ਨਾ ਗੁਰੂ ਪਿਆਰਿਓ, ਤੇ ਅੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੁਖ ਤੋਂ ਬਾਣੀ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਖਰੀ ਨਮਨ ਕੀਤਾ, ਇਜਾਜ਼ਤ ਮੰਗੀ ਤੇ ਸਰੀਰ ਛੱਡ ਦਿੱਤਾ। ਸਤਿਗੁਰਾਂ ਨੇ ਉਸੇ ਵੇਲੇ ਸੇਵਾਦਾਰ ਨੂੰ ਬੁਲਾ ਕੇ ਕਿਹਾ ਕਿ ਰਬਾਬੀਆਂ ਨੂੰ ਬੁਲਾਓ, ਉਹਨਾਂ ਨੂੰ ਕਹੋ ਇੱਥੇ ਆ ਕੇ ਕੀਰਤਨ ਕਰਨ। ਤੇ ਫਿਰ ਰਬਾਬੀਆਂ ਨੇ ਕੀਰਤਨ ਕੀਤਾ। ਇੱਕ ਜਿਹੜੀ ਖਾਸ ਗੱਲ ਇਤਿਹਾਸ ਦੇ ਵਿੱਚ ਲਿਖੀ ਹੈ ਨਾ ਗੁਰੂ ਪਿਆਰਿਓ ਇਸ ਘਟਨਾਕ੍ਰਮ ਬਾਰੇ, ਉਹ ਇਹ ਲਿਖੀ ਹੈ, ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਬਾਬਾ ਬੁੱਢਾ ਸਾਹਿਬ ਜੀ ਰਾਤ ਨੂੰ ਗੱਲਾਂ ਕਰ ਰਹੇ, ਪਰਮੇਸ਼ਵਰ ਦੀਆਂ, ਬ੍ਰਹਮ ਚਰਚਾ, ਨਾਮ ਚਰਚਾ, ਤੇ ਜਿਹਨੇ ਵੀ ਸੁਣੀਆਂ ਹੋਣਗੀਆਂ, ਕਹਿੰਦੇ ਉਹ ਨਿਸ਼ਚੈ ਹੀ ਪਰਮੇਸ਼ਵਰ ਦੇ ਵਿੱਚ ਸਮਾ ਗਿਆ ਹੋਣਾ। ਚਾਹੇ ਉਹ ਕੀੜੀਆਂ ਹੋਣ, ਚਾਹੇ ਉਹ ਮਕੌੜੇ ਹੋਣ, ਚਾਹੇ ਉੱਥੇ ਕੋਈ ਵੀ ਜੀਅ ਹੋਵੇ। ਏਡਾ ਵੱਡਾ ਮਹਾਤਮ ਲਿਖਿਆ ਗੁਰੂ ਪਿਆਰਿਓ ਸੁਣਨ ਦਾ, ਕਿ ਜਿਨ੍ਹਾਂ ਨੇ ਇਹਨਾਂ ਦੋਨਾਂ ਮਹਾਂਪੁਰਖਾਂ ਦੀਆਂ ਗੱਲਾਂ ਨੂੰ ਸੁਣਿਆ ਹੋਵੇਗਾ ਨਾ, ਉਸ ਕੋਠੇ ਦੇ ਵਿੱਚ ਜੋ ਵੀ ਹੋਏਗਾ ਜੀਵਧਾਰੀ,
ਚਾਹੇ ਕੀੜੀਆਂ, ਚਾਹੇ ਮਕੌੜੇ, ਚਾਹੇ ਕੋਈ ਕਿਰਲੀਆਂ, ਜੋ ਵੀ ਹੋਏਗਾ, ਕਹਿੰਦੇ ਜਿਹਨੇ ਉਹ ਗੱਲਾਂ ਸੁਣੀਆਂ ਹੋਣਗੀਆਂ, ਕਵੀ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਨਿਸ਼ਚੈ ਉਹਨੇ, ਕਹਿੰਦੇ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ ਹੋਇਆ। ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਅਕਾਲ ਪੁਰਖ ਜੀ ਆਪਸ ਦੇ ਵਿੱਚ ਗੱਲਾਂ ਕਰ ਰਹੇ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ ਹੈ, ਕਹਿੰਦੇ ਰਾਮ, ਹੇ ਵਾਹਿਗੁਰੂ, ਹੇ ਸਾਰੇ ਸੰਸਾਰ ਦੇ ਵਿੱਚ ਰਮੇ ਹੋਏ ਈਸ਼ਵਰ ਪਰਮੇਸ਼ਵਰ, ਨਾ ਜਾਣਾ ਗਤ ਰਾਮ ਹਮਾਰੀ, ਸਾਡੀ ਹਾਲਤ ਕੀ ਹੈ, ਸਾਡੀ ਅਵਸਥਾ ਕੀ ਹੈ, ਇਹ ਸਾਨੂੰ ਪਤਾ ਨਹੀਂ ਹੈ। ਅਸੀਂ ਕੀ ਹਾਂ, ਸਾਨੂੰ ਕੁਝ ਵੀ ਪਤਾ ਨਹੀਂ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਇਹ ਕਿਉਂ ਕਹਿ ਰਹੇ ਨੇ ਕਿ ਸਾਡੀ ਗਤ ਕੀ ਹੈ? ਗਤ ਦਾ ਮਤਲਬ ਹੁੰਦਾ ਹੈ ਅਵਸਥਾ, ਸਟੇਜ, ਹਾਲਤ। ਕਹਿੰਦੇ ਸਾਡੀ ਹਾਲਤ ਕੀ ਹੈ, ਸਾਡੀ ਅਵਸਥਾ ਕੀ ਹੈ, ਇਹ ਸਾਨੂੰ ਪਤਾ ਨਹੀਂ ਹੈ ਅਕਾਲ ਪੁਰਖ ਜੀ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਿਹੜਾ ਸਮਕਾਲੀ ਸਮਾਂ ਸੀ ਨਾ ਗੁਰੂ ਪਿਆਰਿਓ, ਉਹਨਾਂ ਸਮਿਆਂ ਦੇ ਵਿੱਚ ਧਾਰਮਿਕ ਪੁਰਖ ਜਿਹੜਾ ਹੈ ਉਹ ਮੰਨਿਆ ਜਾਂਦਾ ਸੀ ਜਿਹੜਾ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਕਰਨਾ ਜਾਣਦਾ ਹੋਵੇ, ਜਿਹੜਾ ਯੋਗ ਸ਼ਾਸਤਰ ਨੂੰ ਮੰਨਣ ਵਾਲਾ ਹੋਵੇ, ਯੋਗ ਦੀਆਂ ਧਾਰਨਾਵਾਂ ਦਾ ਧਾਰਨੀ ਹੋਵੇ, ਯੋਗ ਦੀਆਂ ਟਰਮਾਂ ਨੂੰ ਅਪਣਾਉਂਦਾ ਹੋਵੇ। ਵੱਡੇ ਵੱਡੇ ਪੰਡਤ, ਵੱਡੇ ਵੱਡੇ ਸੰਨਿਆਸੀ, ਵੱਡੇ ਵੱਡੇ ਯੋਗੀ, ਵੱਡੇ ਵੱਡੇ ਸਿੱਧ, ਕੋਈ ਕਹਿੰਦਾ ਮੈਂ 4 ਵੇਦ ਪੜ੍ਹੇ ਹੈ, ਕੋਈ ਕਹਿੰਦਾ ਮੈਂ 2 ਪੜ੍ਹੇ ਹੈ, ਕੋਈ ਕਹਿੰਦਾ ਮੈਂ 3 ਪੜ੍ਹੇ ਹੈ, ਕੋਈ ਕਹਿੰਦਾ ਮੈਂ 1 ਪੜ੍ਹਿਆ, ਕੋਈ ਕਹਿੰਦਾ ਮੈਂ ਇੰਨੀਆਂ ਸਿਮਰਤੀਆਂ ਦਾ ਅਧਿਐਨ ਕੀਤਾ ਹੈ, ਕੋਈ ਕਹਿੰਦਾ ਮੈਂ ਇੰਨੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ, ਕੋਈ ਕਹਿੰਦਾ ਮੈਂ ਯੋਗ ਸ਼ਾਸਤਰ, ਯੋਗ ਫਲਸਫੇ ਦਾ ਅਧਿਐਨ ਕੀਤਾ ਹੈ, ਮੈਂ ਇੰਨਾ ਅਧਿਐਨ ਕੀਤਾ ਹੈ ਯੋਗ ਦਾ ਕਿ ਮੈਂ ਹਵਾ 'ਚ ਉੱਡ ਸਕਦਾ ਹਾਂ, ਮੈਂ ਛੋਟੇ ਤੋਂ ਛੋਟਾ ਹੋ ਸਕਦਾ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ ਸਮਾਜ ਦੇ ਵਿੱਚ ਉਸ ਵੇਲੇ, ਤੇ ਉਹਨੂੰ ਹੀ ਧਰਮੀ ਮੰਨਿਆ ਜਾਂਦਾ ਸੀ, ਉਹਨੂੰ ਹੀ ਧਰਮੀ ਮੰਨਿਆ ਜਾਂਦਾ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਇਹਨਾਂ ਧਰਮੀਆਂ ਵੱਲ ਵੇਖਦੇ ਨੇ। ਇਹ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਹੈ ਨਾ ਗੁਰੂ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਵੱਲ ਵੇਖਦੇ ਨੇ ਤੇ ਫਿਰ ਅਕਾਲ ਪੁਰਖ ਨੂੰ ਕਹਿੰਦੇ ਨੇ। ਅਸਲ 'ਚ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਸਾਡੀ ਆਮ ਲੋਕਾਂ ਦੀ ਗੱਲ ਕਰ ਰਹੇ ਨੇ। ਅਕਾਲ ਪੁਰਖ ਕੋਲ ਸਾਡੀ ਆਮ ਲੋਕਾਂ ਦੀ ਗੱਲ ਕਰ ਰਹੇ ਨੇ ਵੀ ਮਹਾਰਾਜ ਇਹ ਤਾਂ ਵੱਡੇ ਵੱਡੇ ਧਾਰਮਿਕ ਗ੍ਰੰਥਾਂ ਦੇ ਤੱਤਵੇਤਾ ਹੈ, ਅਸੀਂ ਤਾਂ ਕੁਝ ਵੀ ਨਹੀਂ ਜਾਣਦੇ, ਨਾ ਸਾਨੂੰ ਵੇਦ, ਨਾ ਸਾਨੂੰ ਸ਼ਾਸਤਰ, ਨਾ ਸਾਨੂੰ ਸਿਮਰਤੀਆਂ ਦਾ ਪਤਾ ਹੈ। ਫਿਰ ਸਾਡੀ ਹਾਲਤ ਕੀ ਹੈ, ਅਸੀਂ ਕਿਸ ਸਟੇਜ ਤੇ ਹਾਂ? ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਦੱਸੋ ਕਿ ਸਾਡੀ ਹਾਲਤ ਕੀ ਹੈ, ਅਸੀਂ ਕਿਸ ਸਟੇਜ ਤੇ ਬੈਠੇ ਹਾਂ? ਇਹ ਤਾਂ ਬਹੁਤ ਵੱਡੀ ਸਟੇਜ ਤੇ ਬੈਠੇ ਹਾਂ, ਉੱਚੇ ਹੋਏ ਬੈਠੇ ਨੇ, ਉੱਚੇ ਹੋਏ ਬੈਠੇ ਨੇ। ਇਸੇ ਹੰਕਾਰ ਦੇ ਵਿੱਚ ਹੀ ਗੁਰੂ ਪਿਆਰਿਓ ਸਾਰਾ ਸੰਸਾਰ ਲੱਗਿਆ ਹੋਇਆ ਸੀ। ਸ਼ਾਸਤਰਾਰਥ ਹੁੰਦੇ ਸੀ, ਸ਼ਾਸਤਰਾਰਥ ਹੁੰਦੇ ਸੀ, ਬਹਿਸਾਂ ਹੁੰਦੀਆਂ ਸੀ ਧਰਮ ਦੇ ਨਾਂ ਦੇ ਉੱਤੇ। ਜਿਹੜਾ ਗੁਰੂ ਪਿਆਰਿਓ ਹਾਰ ਜਾਂਦਾ ਉਹਨੂੰ ਜਲੀਲ ਕੀਤਾ ਜਾਂਦਾ ਸੀ, ਜਿਹੜਾ ਜਿੱਤ ਜਾਂਦਾ ਉਹਦੇ ਪਤਾਕੇ ਝੰਡੇ ਲਹਿਰਾਏ ਜਾਂਦੇ ਸੀ। ਬਾ ਆਹੀ ਧਰਮ ਸੀ, ਇਹੀ ਧਰਮ ਸੀ ਗੁਰੂ ਪਿਆਰਿਓ, ਇਹਨੂੰ ਹੀ ਧਰਮ ਸਮਝੀ ਬੈਠੇ ਸੀ ਲੋਕ। ਪਰ ਜਿਹੜਾ ਅਸਲੀ ਧਰਮ ਸੀ ਗੁਰੂ ਪਿਆਰਿਓ, ਉਹ ਲੋਕ ਮਨਾਂ ਦੇ ਵਿੱਚੋਂ ਖੰਭ ਲਾ ਕੇ ਉੱਡ ਚੁੱਕਿਆ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਨਾ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਸੱਚ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਸਰਮ ਤੇ ਧਰਮ ਦੋਨੋਂ ਹੀ ਜਿਹੜੇ ਨੇ ਉਹ ਅਲੋਪ ਹੋ ਗਏ ਨੇ, ਖਤਮ ਨਹੀਂ ਹੋਏ ਗੁਰੂ ਪਿਆਰਿਓ। ਧਰਮ ਖਤਮ ਨਹੀਂ ਹੁੰਦਾ, ਕਦੇ ਸੂਰਜ ਖਤਮ ਹੋ ਸਕਦਾ ਨਹੀਂ ਹੁੰਦਾ ਗੁਰੂ ਪਿਆਰਿਓ। ਹਾਂ, ਅੰਤ ਸੂਰਜ ਦਾ ਵੀ ਹੈ, ਪਰ ਬੱਦਲ ਅੱਗੇ ਆ ਜਾਂਦੇ ਨੇ, ਕੁਝ ਵਕਤ ਲਈ ਸੂਰਜ ਦਾ ਤੇਜ ਦਿਸਣਾ ਬੰਦ ਹੋ ਜਾਂਦਾ। ਇਵੇਂ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧਰਮ ਜਿਹੜਾ ਹੈ ਉਹ ਛੁਪ ਗਿਆ ਹੈ। ਝੂਠ ਦੇ ਬੱਦਲ ਜਿਹੜੇ ਨੇ ਉਹਨਾਂ ਨੇ ਧਰਮ ਨੂੰ ਢੱਕ ਲਿਆ ਹੈ।
ਅੱਜ ਵਕਤ ਐਸਾ ਆ ਗਿਆ ਕਿ ਕੂੜ ਜਿਹੜਾ ਹੈ, ਝੂਠ ਜਿਹੜਾ ਹੈ, ਉਹ ਪ੍ਰਧਾਨ ਹੋ ਗਿਆ ਹੈ। ਜਿੰਨਾ ਵੱਡਾ ਕੋਈ ਗੁਰੂ ਪਿਆਰਿਓ ਝੂਠ ਬੋਲ ਰਿਹਾ ਹੈ, ਜਿੰਨਾ ਵੱਡਾ ਕੋਈ ਦਿਖਾਵਾ ਕਰ ਰਿਹਾ ਹੈ, ਉਹ ਓਨਾ ਵੱਡਾ ਜਿਹੜਾ ਹੈ ਅਖਵਾ ਰਿਹਾ ਜਗਤ ਦੇ ਵਿੱਚ। ਦਿਖਾਵਾ ਪ੍ਰਧਾਨ ਹੋ ਗਿਆ, ਝੂਠ ਪ੍ਰਧਾਨ ਹੋ ਗਿਆ। ਉਸ ਵੇਲੇ ਹੀ ਨਹੀਂ ਗੁਰੂ ਪਿਆਰਿਓ, ਅੱਜ ਵੀ। ਇਸੇ ਕਰਕੇ ਗੁਰਬਾਣੀ ਨੂੰ ਸਰਵਕਾਲੀ ਕਹਿੰਦੇ ਹਾਂ ਅਸੀਂ, ਸਰਵਕਾਲੀ। ਸਰਵਕਾਲੀ ਗੁਰਬਾਣੀ ਸਰਵਕਾਲ ਦਾ ਸੱਤ ਪ੍ਰਗਟ ਕਰਦੀ ਹੈ ਗੁਰੂ ਪਿਆਰਿਓ। ਜੇ ਗੁਰੂ ਨਾਨਕ ਸਾਹਿਬ ਦੇ ਸਮੇਂ ਧਰਮ ਛੁਪ ਗਿਆ ਸੀ ਤੇ ਕੂੜ ਪ੍ਰਧਾਨ ਸੀ, ਤੇ ਅੱਜ ਵੀ ਦੇਖਦੇ ਹਾਂ ਅਸੀਂ ਧਰਮ ਛੁਪਿਆ, ਕੂੜ ਪ੍ਰਧਾਨ ਹੈ। ਕੂੜ ਪ੍ਰਧਾਨ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ, ਇਸ ਜਗਤ ਦੇ ਅੰਦਰ ਜਿੱਥੇ ਧੋਖਾ, ਫਰੇਬ, ਨਫ਼ਰਤਾਂ, ਪਿਆਰ ਮੁਹੱਬਤ ਦੀ ਅਣਹੋਂਦ, ਸਹਿਨਸ਼ੀਲਤਾ ਦੀ ਘਾਟ, ਆਪਾ ਧਾਪੀ ਦਾ ਮਾਹੌਲ ਹੈ, ਇਸ ਮਾਹੌਲ ਦੇ ਵਿੱਚ ਵੱਡੇ ਵੱਡੇ ਸ਼ਾਸਤਰ ਪੜ੍ਹਨ ਵਾਲੇ, ਵੱਡੇ ਵੱਡੇ ਯੋਗ ਸਾਧਨਾ ਕਰਨ ਵਾਲੇ ਧਰਮੀ ਅਖਬਾਰ ਰਹੇ, ਪਰ ਅਸੀਂ ਤਾਂ ਕੁਝ ਨਹੀਂ ਜਾਣਦੇ। ਫਿਰ ਤੁਸੀਂ ਇਹ ਦੱਸੋ ਕਿ ਸਾਡੀ ਅਵਸਥਾ ਕੀ ਹੈ? ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਰਹਾਉ ਦੀ ਪਹਿਲੀ ਪੰਕਤੀ ਦੇ ਵਿੱਚ ਬਚਨ ਆਖਦੇ ਨੇ। ਹੁਣ ਦੇਖੋ ਕਿੱਡੀ ਖੂਬਸੂਰਤੀ ਹੈ ਗੁਰ ਪਿਆਰਿਓ ਬਾਣੀ ਦੀ। ਦੋ ਪੰਕਤੀਆਂ ਨੇ ਰਹਾਉ ਦੀਆਂ। ਦੋਨਾਂ ਪੰਕਤੀਆਂ ਦੇ ਵਿੱਚੋਂ ਇੱਕ ਪੰਕਤੀ ਅਕਾਲ ਪੁਰਖ ਨੂੰ ਸੰਬੋਧਨ ਹੈ ਤੇ ਦੂਜੀ ਪੰਕਤੀ ਆਪਣੇ ਆਪ ਨੂੰ ਸੰਬੋਧਨ ਹੈ। ਆਪਣੇ ਆਪ ਨੂੰ ਸੰਬੋਧਨ ਹੈ। ਤੇ ਦੂਜੀ ਪੰਕਤੀ 'ਚ ਕੀ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ? ਕਹਿੰਦੇ ਹਰ ਭਾਜ ਮਨ ਮੇਰੇ। ਦੇਖੋ ਕਿੱਡੀ ਖੂਬਸੂਰਤੀ ਹੈ ਨਾ, ਕਿ ਪਹਿਲੀ ਪੰਕਤੀ ਅਕਾਲ ਪੁਰਖ ਨੂੰ ਕਹਿੰਦੇ ਨੇ, ਨਾ ਜਾਣਾ ਕਿਆ ਗਤ ਰਾਮ ਹਮਾਰੀ, ਹੇ ਵਾਹਿਗੁਰੂ ਸਾਡੀ ਕੀ ਅਵਸਥਾ ਹੈ ਅਸੀਂ ਨਹੀਂ ਜਾਣਦੇ। ਤੇ ਦੂਜੀ ਪੰਕਤੀ 'ਚ ਕਹਿੰਦੇ ਹਰ ਭਾਜ ਮਨ ਮੇਰੇ, ਮੇਰੇ ਮਨ ਵਾਹਿਗੁਰੂ ਜਪ, ਅਕਾਲ ਪੁਰਖ ਨੂੰ ਜਪ, ਪਰਮੇਸ਼ਵਰ ਨੂੰ ਜਪ। ਇਹ ਸਾਨੂੰ ਸਮਝਾ ਰਹੇ ਨੇ ਕਿ ਆਪਣੇ ਮਨਾਂ ਨੂੰ ਸਮਝਾਇਆ ਕਰੋ, ਕਿਉਂਕਿ ਪਰਮੇਸ਼ਵਰ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਹਿ ਦਿੱਤਾ ਨਾ ਕਿ ਇਹ ਪੁਰਖੋ, ਇਸ ਭਿਆਨਕ ਸਮੇਂ ਦੇ ਦੌਰਾਨ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਸਿਮਰਨਾ, ਉਹਨੂੰ ਯਾਦ ਰੱਖਣਾ ਹੀ ਗੁਰੂ ਪਿਆਰੇ ਜਿਹੜਾ ਹੈ ਉਹ ਕਾਫੀ ਹੈ। ਉਹਨੂੰ ਯਾਦ ਰੱਖਣਾ, ਉਹਨੂੰ ਚੇਤੇ ਰੱਖਣਾ। ਇੱਕ ਹੋਰ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਅਸੀਂ ਅਕਾਲ ਪੁਰਖ ਨੂੰ ਯਾਦ ਰੱਖੀਏ ਜਾਂ ਉਹਦਾ ਬਾਰ-ਬਾਰ ਨਾਮ ਲਈਏ, ਇਹਦੀ ਅਕਾਲ ਪੁਰਖ ਨੂੰ ਲੋੜ ਨਹੀਂ ਹੈ। ਜਿਹੜਾ ਬੰਦਾ ਗੁਰੂ ਪਿਆਰਿਓ ਆਪਣੀ ਵਾਹ-ਵਾਹ ਕਰਵਾਉਣੀ ਚਾਹੁੰਦਾ ਹੋਵੇ, ਆਪਦਾ ਹੀ ਨਾਂ ਜਿਹੜਾ ਹੈ ਉਹ ਲੋਕਾਂ ਦੇ ਮੁੱਖਾਂ ਤੋਂ ਅਖਵਾਉਣਾ ਚਾਹੁੰਦਾ ਹੋਵੇ, ਆਪਦੀ ਬੱਲੇ-ਬੱਲੇ ਕਰਾਉਣਾ ਚਾਹੁੰਦਾ ਹੋਵੇ, ਸਮਾਜ ਉਹਨੂੰ ਕਦੇ ਚੰਗਾ ਨਹੀਂ ਸਮਝਦਾ ਗੁਰੂ ਪਿਆਰਿਓ। ਜੇ ਬਾਣੀ ਇਹ ਸਾਨੂੰ ਕਹਿੰਦੀ ਹੈ ਨਾ ਕਿ ਅਕਾਲ ਪੁਰਖ ਦਾ ਨਾਮ ਜਪੋ ਪਾਰ ਲੰਘੋਗੇ, ਅਕਾਲ ਪੁਰਖ ਦਾ ਸਿਮਰਨ ਕਰੋ, ਅਕਾਲ ਪੁਰਖ ਦਾ ਨਾਮ ਧਿਆਓ, ਅਕਾਲ ਪੁਰਖ ਦਾ ਨਾਮ ਆਰਾਧੋ, ਇਹਦਾ ਮਤਲਬ ਇਹ ਕਤਈ ਨਹੀਂ ਲੈਣਾ ਗੁਰੂ ਪਿਆਰਿਓ ਕਿ ਅਕਾਲ ਪੁਰਖ ਜਿਹੜਾ ਹੈ ਉਹ ਕੋਈ ਚਾਪਲੂਸੀ ਦਾ ਭੁੱਖਾ ਹੈ। ਆ ਜਿਵੇਂ ਨਾਸਤਕ ਟੋਲਾ ਪ੍ਰਚਾਰ ਕਰਦਾ ਫਿਰਦਾ ਨਾ ਵੀ ਲਓ ਜੀ ਅਕਾਲ ਪੁਰਖ ਨਾ ਚਾਪਲੂਸ ਹੈ, ਚਾਪਲੂਸੀ ਦਾ ਭੁੱਖਾ। ਧਰਮ ਸ਼ਾਸਤਰ ਕਹਿੰਦੇ ਨੇ ਨਾਮ ਜਪੋ, ਨਾਮ ਜਪੋ, ਪਾਰ ਤਾਂ ਲੰਘਾਏਗਾ ਜੇ ਉਹਦਾ ਨਾਮ ਲਾਂਗੇ। ਨਹੀਂ ਗੁਰੂ ਪਿਆਰਿਓ, ਅਸੀਂ ਆਪਣੀ ਜ਼ਰੂਰਤ ਲਈ ਉਹਨੂੰ ਯਾਦ ਕਰਨਾ ਹੈ। ਉਹਨੂੰ ਕੋਈ ਜ਼ਰੂਰਤ ਨਹੀਂ ਹੈ, ਉਹਨੂੰ ਕੋਈ ਜ਼ਰੂਰਤ ਨਹੀਂ ਗੁਰੂ ਪਿਆਰਿਓ। ਕੋਈ ਉਹਨੂੰ ਯਾਦ ਕਰਦਾ ਹੈ ਨਹੀਂ ਕਰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈ। ਅਸੀਂ ਆਪਣੀ ਜ਼ਰੂਰਤ ਨੂੰ ਯਾਦ ਕਰਨਾ ਹੈ, ਉਹਨੂੰ ਆਪਣੀ ਲੋੜ ਨੂੰ ਯਾਦ ਕਰਨਾ ਹੈ। ਅਸੀਂ ਉਹਦੇ ਨਾਲ ਰਹਿਣਾ ਹੈ, ਅਸੀਂ ਉਹਦੇ ਨਾਲ ਜੁੜਨਾ ਹੈ, ਆਪਣੀ ਲੋੜ ਨੂੰ ਜੁੜਨਾ ਹੈ, ਆਪਣੀ ਜ਼ਰੂਰਤ ਨੂੰ ਜੁੜਨਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਦੇ ਨਾਲ ਜੁੜੀਏ, ਉਹਦਾ ਹਿੱਸਾ ਬਣ ਕੇ ਰਹੀਏ, ਉਹਦਾ ਅੰਗ ਬਣ ਕੇ ਰਹੀਏ, ਉਹਦੇ ਤੋਂ ਕਦੇ ਜੁਦਾ ਨਾ ਹੋਈਏ,
ਤਾਂ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਮਨ ਨੂੰ ਕਹਿੰਦੇ ਹਰ ਭਾਜ ਮਨ ਮੇਰੇ। ਮਨ ਅੱਗੋਂ ਸਵਾਲ ਕਰਦਾ ਕਿ ਠੀਕ ਹੈ ਮੈਂ ਜਪ ਲੈਣਾ ਪਰ ਹੋਏਗਾ ਕੀ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤਰ ਭਉਜਲ ਤੂੰ ਤਾਰੀ। ਤਰ ਭਉਜਲ ਤੂੰ ਤਾਰੀ। ਤੂੰ ਤਾਰੂ ਬਣ ਕੇ ਭਉਜਲ ਨੂੰ ਤਰ ਜਾਏਗਾ। ਤੂੰ ਤਾਰੂ ਬਣ ਕੇ ਭਉਜਲ ਨੂੰ ਤਰ ਜਾਏਗਾ। ਭਉਜਲ ਕੀ ਹੈ ਗੁਰੂ ਪਿਆਰਿਓ? ਭਉਜਲ, ਭਉ ਦਾ ਅਰਥ ਹੁੰਦਾ ਡਰ, ਤੇ ਜਲ ਕਿਹਨੂੰ ਕਹਿੰਦੇ ਆ? ਜਲ ਕਹਿੰਦੇ ਆ ਪਾਣੀ ਨੂੰ। ਡਰ ਦਾ ਪਾਣੀ, ਡਰ ਦਾ ਸਮੁੰਦਰ, ਡਰ ਦਾ ਸਾਗਰ। ਡਰ ਦਾ ਸਾਗਰ ਕਿਹਨੂੰ ਕਿਹਾ ਗੁਰੂ ਪਿਆਰਿਓ? ਡਰ ਦਾ ਸਾਗਰ, ਡਰ ਦਾ ਸਮੁੰਦਰ। ਇਹ ਸੰਸਾਰ ਨੂੰ ਕਿਹਾ। ਇਹ ਸੰਸਾਰ ਜਿਹੜਾ ਹੈ ਇਹ ਡਰ ਦਾ ਸਮੁੰਦਰ ਹੈ ਗੁਰੂ ਪਿਆਰਿਓ। ਇੱਥੇ ਹਰ ਵਿਅਕਤੀ ਭਾਉ ਦੇ ਵਿੱਚ ਹੈ। ਹਰ ਵਿਅਕਤੀ ਭਾਉ ਦੇ ਵਿੱਚ। ਕਿਸੇ ਨੂੰ ਭਾਉ ਹੈ ਮੇਰੇ ਕੋਲੇ ਜੋ ਹੈ ਖੁੱਸ ਨਾ ਜਾਵੇ। ਕਿਸੇ ਨੂੰ ਭਾਉ ਹੈ ਮੈਂ ਡਿੱਗ ਨਾ ਪਵਾਂ, ਮੈਂ ਤਿਲਕ ਨਾ ਜਾਵਾਂ। ਕਿਸੇ ਨੂੰ ਭਾਉ ਹੈ ਮੇਰੀ ਪਤ ਨਾ ਚਲੀ ਜਾਏ। ਕਿਸੇ ਨੂੰ ਭਾਉ ਹੈ ਮੇਰੀ ਦੌਲਤ ਨਾ ਚਲੀ ਜਾਏ। ਕਿਸੇ ਨੂੰ ਭਾਉ ਹੈ ਮੇਰੀ ਔਲਾਦ ਹੱਥੋਂ ਨਾ ਨਿਕਲ ਜਾਏ। ਔਰ ਸਭ ਤੋਂ ਵੱਡਾ ਭਾਉ ਕੀ ਹੈ ਗੁਰੂ ਪਿਆਰਿਓ? ਸਭ ਤੋਂ ਵੱਡਾ ਭਾਉ ਜਿਹੜਾ ਉਹ ਹੈ ਕਿ ਮੈਂ ਇਸ ਜਗਤ ਤੋਂ ਹੀ ਨਾ ਚਲਾ ਜਾਵਾਂ। ਸਭ ਤੋਂ ਵੱਡਾ ਭਾਉ ਕਿ ਮੈਂ ਇਸ ਸੰਸਾਰ ਤੋਂ ਹੀ ਨਾ ਚਲਾ ਜਾਵਾਂ ਕਿਤੇ। ਜੇ ਮੈਂ ਸੰਸਾਰ ਤੋਂ ਚਲਾ ਗਿਆ ਫਿਰ ਇੰਨਾ ਤਾਮ ਝਾਮ ਸਮਾਜ ਸਾਰਾ ਜਗਤ ਇਹ ਮੈਨੂੰ ਦਿਸਣਾ ਬੰਦ ਹੋ ਜਾਏਗਾ। ਮੈਂ ਇਸ ਤੋਂ ਮਨਫੀ ਹੋ ਜਾਵਾਂਗਾ। ਘਬਰਾਹਟ ਮਹਿਸੂਸ ਕਰਦਾ ਹੈ ਇਨਸਾਨ। ਤਾਂ ਸਭ ਤੋਂ ਵੱਡਾ ਜਿਹੜਾ ਭਾਉ ਹੈ ਨਾ ਗੁਰੂ ਪਿਆਰਿਓ ਉਹ ਮੌਤ ਦਾ ਭੈ ਹੈ। ਤੇ ਮੌਤ ਦਾ ਭੈ ਕਦੋਂ ਬਣਦਾ? ਮੌਤ ਦਾ ਭੈ ਉਦੋਂ ਹੀ ਗੁਰੂ ਪਿਆਰਿਓ ਬਣ ਜਾਂਦਾ ਹੈ ਜਦੋਂ ਜੀਵ ਜਨਮ ਲੈਂਦਾ ਹੈ। ਤੁਸੀਂ ਮਹੀਨੇ 15 ਦਿਨ ਦੇ ਬੱਚੇ ਨੂੰ ਵੀ ਦੇਖੋ ਨਾ ਗੁਰੂ ਪਿਆਰਿਓ, ਉਹ ਵੀ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ ਹੈ। ਆਪਣੇ ਆਪ ਨੂੰ ਬਚਾਉਣ ਦਾ। ਉਹਦੇ ਚਿਹਰੇ ਦੇ ਹਾਵ ਭਾਵ ਜਿਹੜੇ ਹੈ ਉਹ ਗੁਰੂ ਪਿਆਰਿਓ ਸਾਨੂੰ ਦੱਸ ਦਿੰਦੇ ਹੈ ਕਿ ਇਹ ਜਿਹੜਾ ਹੈ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰ ਰਿਹਾ। ਕੋਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਨਾ ਤੇ ਉਹਦੇ ਬੱਚੇ ਦੇ ਜਿਹੜੇ ਚਿਹਰੇ ਹੈ ਹਾਵ ਭਾਵ ਹੈ ਉਹ ਦੱਸ ਦਿੰਦੇ ਹੈ ਕਿ ਇਹ ਹੁਣ ਖਤਰਾ ਮਹਿਸੂਸ ਕਰਦਾ। ਮੈਂ ਡਿੱਗ ਨਾ ਪਾਵਾਂ, ਮੈਂ ਛੁੱਟ ਨਾ ਜਾਵਾਂ। ਮੈਂ ਡਿੱਗ ਨਾ ਪਾਵਾਂ, ਮੈਂ ਛੁੱਟ ਨਾ ਜਾਵਾਂ। ਜਨਮ ਤੋਂ ਹੀ ਗੁਰੂ ਪਿਆਰਿਓ ਭੈ ਜਿਹੜਾ ਹੈ ਉਹ ਚੁੰਬੜ ਜਾਂਦਾ ਹੈ ਮਨੁੱਖ ਨੂੰ। ਜਨਮ ਤੋਂ ਹੀ। ਇਹ ਜਗਤ ਜਿਹੜਾ ਹੈ ਇਹ ਭੈ ਦਾ ਸਮੁੰਦਰ ਹੈ। ਭੈ ਦਾ ਸਮੁੰਦਰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਭਜ ਮਨ ਮੇਰੇ। ਤਰ ਭਉਜਲ ਤੂੰ ਤਾਰੀ। ਤਾਰੂ ਬਣ ਕੇ ਤੂੰ ਇਸ ਜਗਤ ਰੂਪੀ ਸਾਗਰ ਨੂੰ ਪਾਰ ਲੰਘ ਜਾਏਗਾ। ਅਕਾਲ ਪੁਰਖ ਨੂੰ ਜਪ, ਅਕਾਲ ਪੁਰਖ ਨੂੰ ਜਪ, ਅਕਾਲ ਪੁਰਖ ਨੂੰ ਧਿਆ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ 'ਚ ਸਮਝਾਇਆ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਆ ਗੁਰੂ ਪਿਆਰਿਓ ਉਹ ਆਪਾਂ ਨੇ ਸੁਣਨਾ। ਇਸ ਲਈ ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ। ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਗੌੜੀ ਗੁਆਰੇਰੇ ਮਹੱਲਾ ਚੌਥਾ। ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਰਾਗ ਦਾ ਨਾਂ ਹੈ ਗੁਰੂ ਪਿਆਰਿਓ। ਔਰ ਗੁਆਰੇਰੀ ਜਿਹੜੀ ਹੈ ਇਹ ਗੌੜੀ ਦੀ ਕਿਸਮ ਹੈ। ਗੁਆਰੇਰੀ ਜਿਹੜੀ ਹੈ ਇਹ ਗੌੜੀ ਦੀ ਕਿਸਮ ਹੈ। ਅੱਗੇ ਮਹੱਲਾ ਚੌਥਾ। ਆਪ ਕਦੇ ਗੁਰੂ ਪਿਆਰਿਓ ਅਸੀਂ ਇਸ ਸ਼ਬਦ ਦੇ ਦਰਸ਼ਨ ਕਰਾਂਗੇ ਨਾ ਜਾਂ ਪੋਥੀ ਦੇ ਅੰਦਰੋਂ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰੋਂ, ਤੇ ਜਦੋਂ ਅਸੀਂ ਇਸ ਸਿਰਲੇਖ ਨੂੰ ਦੇਖਾਂਗੇ ਜਿੱਥੇ ਲਿਖਿਆ ਨਾ ਮਹੱਲਾ ਚੌਥਾ, ਉੱਥੇ ਅੰਕ 4 ਵੀ ਪਾਇਆ ਤੇ ਨਾਲ ਗੁਰੂ ਪਿਆਰਿਓ ਜਿਹੜਾ ਹੈ ਉਹ ਸ਼ਬਦ ਦੇ ਵਿੱਚ ਵੀ ਲਿਖਿਆ ਚੌਥਾ। ਚੱਚਾ ਊੜੇ ਨੂੰ ਔਂਕੜ, ਥੱਥਾ ਥੱਥੇ ਨੂੰ ਕੰਨਾ, ਚੌਥਾ।
ਇਹ ਪਤਾ ਕਿਉਂ ਲਿਖਿਆ? ਇਸ ਕਰਕੇ ਲਿਖਿਆ ਹੈ ਵੀ ਇਹ ਜਿਹੜਾ 4 ਅੰਕ ਹੈ ਇਹਨੂੰ 4 ਨਹੀਂ ਪੜ੍ਹਨਾ, ਇਹਨੂੰ ਇਹ ਨਹੀਂ ਪੜ੍ਹਨਾ ਵੀ ਮਹੱਲਾ 4, ਇਹਨੂੰ ਮਹੱਲਾ ਚੌਥਾ ਪੜ੍ਹਨਾ ਹੈ। ਮਹਾਰਾਜ ਨੇ ਕਿਤੇ ਕਿਤੇ ਗੁਰੂ ਪਿਆਰਿਓ ਅੰਕਾਂ ਨੂੰ ਸ਼ਬਦ 'ਚ ਲਿਖ ਕੇ ਸਾਨੂੰ ਉਚਾਰਨ ਵਿਧੀ ਵੀ ਦੱਸੀ ਹੈ ਵੀ ਇਸ 4 ਦਾ ਉਚਾਰਨ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ 4 ਨਹੀਂ ਕਰਨਾ, ਅੰਕ 4 ਦਾ ਉਚਾਰਨ 4 ਨਹੀਂ ਕਰਨਾ ਬਲਕਿ ਚੌਥਾ ਕਰਨਾ ਹੈ, ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਚੌਪਦੇ ਔਰ 4 ਪਦਿਆਂ ਦੀ ਸੰਖਲਾ ਜਿਹੜੀ ਹੈ ਉਹ ਪ੍ਰਾਰੰਭ ਹੁੰਦੀ ਹੈ। ਮੰਗਲਾਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਬਨਾਸੀ ਹੈ, ਗੁਰੂ ਕਿਰਪਾ ਦੁਆਰਾ ਜਾਣਿਆ ਜਾ ਸਕਦਾ ਹੈ। ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ ਗੁਰੂ ਪਿਆਰਿਓ, ਹੁਣ ਧਿਆਨ ਦਿਓ। ਪੰਡਤ ਸਾਸਤ ਸਿਮਰਤ ਪੜ੍ਹਿਆ, ਜੋਗੀ ਗੋਰਖ ਗੋਰਖ ਕਰਿਆ। ਹੁਣ ਇੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਆਪਣੇ ਆਲੇ ਦੁਆਲੇ ਦੀ ਬਾਤ ਕਰ ਰਹੇ ਨੇ। ਜੋ ਹੋ ਰਿਹਾ ਨਾ ਗੁਰੂ ਪਿਆਰਿਓ ਉਸ ਵੇਲੇ ਆਲੇ ਦੁਆਲੇ ਦੇ ਵਿੱਚ, ਉਹਦੀ ਧੰਨ ਗੁਰੂ ਰਾਮਦਾਸ ਮਹਾਰਾਜ ਗੱਲ ਕਰ ਰਹੇ ਨੇ ਕਿ ਪੰਡਤ ਸਾਸਤ ਸਿਮਰਤ ਪੜ੍ਹਿਆ। ਪੰਡਤ ਹੈ, ਇਹ ਸ਼ਾਸਤਰ ਤੇ ਸਿਮਰਤੀਆਂ ਪੜ੍ਹੀ ਫਿਰਦਾ, ਇਹਨੇ ਸ਼ਾਸਤਰ ਪੜ੍ਹੇ ਹੈ, ਇਹਨੇ ਸਿਮਰਤੀਆਂ ਪੜ੍ਹੀਆਂ। ਇਹ ਕਹਿੰਦਾ ਦੱਸੋ ਮੇਰੇ ਬਰਾਬਰ ਕਿਹੜਾ ਧਰਮੀ ਹੈ, ਆ ਜਾਓ ਕਹਿੰਦੇ ਬਹਿਸ ਕਰਨੀ ਹੈ। ਮੈਂ ਤਾਂ ਇੰਨੇ ਵੇਦ ਪੜ੍ਹੇ ਆ, ਇੰਨੀਆਂ ਸਿਮਰਤੀਆਂ ਪੜ੍ਹੀਆਂ। ਪੰਡਤ ਕਹਿੰਦੇ, ਪੰਡਤ ਦਾ ਅਰਥ ਕੀ ਹੁੰਦਾ ਗੁਰੂ ਪਿਆਰਿਓ? ਵੈਸੇ ਪੰਡਤ ਦਾ ਅਰਥ ਹੁੰਦਾ ਵਿਦਵਾਨ। ਵਿਦਵਾਨ ਆਮ ਆਪਾਂ ਬ੍ਰਾਹਮਣ ਨੂੰ ਪੰਡਤ ਕਹਿ ਦਿੰਦੇ ਹਾਂ, ਪਰ ਪੰਡਤ ਦਾ ਜਿਹੜਾ ਅਰਥ ਹੈ ਨਾ ਗੁਰੂ ਪਿਆਰਿਓ ਅਸਲੀ, ਉਹ ਹੈ ਵਿਦਵਾਨ, ਜਿਹੜਾ ਵਿਦਵਤਾ ਦਾ ਧਾਰਨੀ। ਹੁਣ ਜਿਹੜਾ ਵਿਦਵਾਨ ਹੈ, ਵਿਦਵਤਾ ਦਾ ਧਾਰਨੀ ਹੈ, ਇਹ ਗੱਲ ਵੱਖਰੀ ਹੈ ਗੁਰੂ ਪਿਆਰਿਓ ਕਿ ਸਿਮਰਤੀਆਂ ਤੇ ਸ਼ਾਸਤਰ ਪੜ੍ਹਨ ਦਾ ਜਿਹੜਾ ਅਧਿਕਾਰ ਹੈ ਨਾ ਉਹ ਬ੍ਰਾਹਮਣਾਂ ਨੂੰ ਸੀ, ਤੇ ਬ੍ਰਾਹਮਣ ਹੀ ਪੰਡਤ ਹੁੰਦੇ ਸੀ, ਭਾਵ ਬ੍ਰਾਹਮਣ ਹੀ ਵਿਦਵਾਨ ਕਹਾਏ ਜਾਂਦੇ ਸੀ, ਮੰਨੇ ਜਾਂਦੇ ਸੀ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਪੰਡਤ ਜਿਹੜਾ ਹੈ, ਵਿਦਵਾਨ ਜਿਹੜਾ ਹੈ, ਇਹ ਇੱਕ ਵਚਨ ਹੈ ਪੰਡਤ। ਕਹਿੰਦੇ ਪੰਡਤ ਜਿਹੜਾ ਹੈ, ਵਿਦਵਾਨ ਜਿਹੜਾ ਹੈ, ਉਹ ਕਹਿੰਦੇ ਸਿਮਰਤੀਆਂ ਪੜ੍ਹਿਆ, ਸ਼ਾਸਤਰ ਪੜ੍ਹਿਆ, ਉਹ ਇਸੇ ਲਈ ਆਪਣੇ ਆਪ ਨੂੰ ਵੱਡਾ ਧਰਮੀ ਅਖਵਾਰੇ। ਜੋਗੀ ਗੋਰਖ ਗੋਰਖ ਕਰਿਆ, ਤੇ ਜੇ ਜੋਗੀਆਂ ਵੱਲ ਧਿਆਨ ਮਾਰ ਰਹੇ, ਕਹਿੰਦੇ ਉਹ ਗੋਰਖ ਗੋਰਖ ਕਰ ਰਿਹਾ। ਉਹ ਕਹਿੰਦਾ ਸਾਡਾ ਵੱਡਾ ਬਾਬਾ ਗੋਰਖ ਹੈ, ਸਾਡਾ ਵੱਡਾ ਬਾਬਾ ਗੋਰਖ ਹੈ, ਗੋਰਖ ਤੋਂ ਬਿਨਾਂ ਹੈ ਹੀ ਕੁਛ ਨਹੀਂ। ਕਹਿੰਦੇ ਜੋ ਗਿਆਨ ਗੋਰਖ ਨੇ ਦਿੱਤਾ, ਕਹਿੰਦੇ ਹੋਰ ਕੋਈ ਦੇ ਹੀ ਨਹੀਂ ਸਕਦਾ। ਅੱਜ ਵੀ ਅਸੀਂ ਦੇਖਦੇ ਹਾਂ, ਜਿਹੜਾ ਗੁਰੂ ਪਿਆਰਿਓ ਜਿੱਥੇ ਜਿਹਦੀ ਸ਼ਰਧਾ ਟਿਕੀ ਆ, ਉਹ ਕਹਿੰਦਾ ਮੇਰੀ ਜਿੱਥੇ ਸ਼ਰਧਾ ਟਿਕੀ ਆ ਬਸ ਇਹ ਵੱਡਾ ਹੈ। ਭਾਵੇਂ ਉਹ ਬਾਕੀਆਂ ਨੂੰ ਛੋਟੇ ਨਹੀਂ ਕਹਿੰਦਾ, ਪਰ ਉਹ ਕਹਿੰਦਾ ਇਹ ਵੱਡਾ ਹੈ, ਮੈਂ ਜਿਹਨੂੰ ਮੰਨਦਾ ਇਹ ਵੱਡਾ ਹੈ। ਤਾਂ ਅੱਜ ਵੀ ਅਸੀਂ ਗੁਰੂ ਪਿਆਰਿਓ, ਅੱਜ ਦੇ ਸਮੇਂ ਵਿੱਚ ਵੀ ਅਸੀਂ ਇਹ ਚੀਜ਼ਾਂ ਦੇਖਦੇ ਹਾਂ। ਜਿਹੜਾ ਬੰਦਾ ਜਿਸ ਨੂੰ ਇਸ਼ਟ ਮੰਨਦਾ ਹੈ, ਜਿਸ ਨੂੰ ਆਪਣਾ ਰਹਿਬਰ ਮੰਨਦਾ ਹੈ, ਧਾਰਮਿਕ ਖੇਤਰ ਦੇ ਵਿੱਚ ਜਿਸ ਨੂੰ ਆਪਣਾ ਗੁਰੂ ਮੰਨਦਾ ਹੈ, ਉਹ ਕਹਿੰਦਾ ਇਹ ਵੱਡਾ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੋਗੀ ਗੋਰਖ ਗੋਰਖ ਕਰਿਆ। ਕਹਿੰਦੇ ਜੋਗੀ ਗੋਰਖ ਗੋਰਖ ਕਰਦਾ ਫਿਰਦਾ ਹੈ, ਭਾਵ ਕਿ ਗੋਰਖ ਦਾ ਜਿਹੜਾ ਫਲਸਫਾ ਹੈ, ਯੋਗ ਸ਼ਾਸਤਰ ਜਿਹੜਾ ਹੈ, ਕਹਿੰਦੇ ਇਹ ਉੱਤਮ ਹੈ। ਤੁਸੀਂ ਯੋਗ ਸ਼ਾਸਤਰ ਨੂੰ ਪੜ੍ਹੋ, ਯੋਗ ਸ਼ਾਸਤਰ ਨੂੰ ਪੜ੍ਹੋ, ਯੋਗ ਸਾਧਨਾ ਕਰੋ, ਤੇ ਕਹਿੰਦੇ ਤੁਹਾਨੂੰ ਮੁਕਤੀ ਮਿਲੇਗੀ। ਯੋਗ ਦੇ 8 ਅੰਗ ਮੰਨੇ ਜਾਂਦੇ ਨੇ, ਯਮ ਨਿਯਮ ਵਗੈਰਾ, ਤੇ ਆਖਰ ਦੇ ਵਿੱਚ ਫਿਰ ਸਮਾਧੀ ਆਉਂਦੀ ਹੈ। ਵੀ ਸਮਾਧੀ ਦੀ ਅਵਸਥਾ ਦੇ ਵਿੱਚ ਜੇ ਕਿਸੇ ਨੇ ਪਹੁੰਚਣਾ ਹੈ ਤੇ ਤੁਹਾਨੂੰ ਯੋਗ ਸ਼ਾਸਤਰ ਦਾ ਅਧਿਐਨ ਕਰਨਾ ਪਏਗਾ, ਤੁਹਾਨੂੰ ਗੋਰਖ ਦੀ ਵਿਚਾਰਧਾਰਾ ਨੂੰ, ਗੋਰਖ ਦੇ ਫਲਸਫੇ ਨੂੰ ਜਿਹੜਾ ਹੈ ਉਹ ਪੜ੍ਹਨਾ ਪਏਗਾ, ਕਿਉਂਕਿ ਗੋਰਖ ਹੀ ਸਭ ਕੁਝ ਹੈ। ਕਹਿੰਦੇ ਜੋਗੀ ਇਹ ਕਰਦੇ ਫਿਰਦੇ ਨੇ ਭਾਈ, ਦੱਸੋ ਕਹਿੰਦੇ ਕੀ ਕਰੀਏ। ਤੇ ਫਿਰ ਅੱਗੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਂ ਮੂਰਖ ਹਰ ਹਰ ਜਪ ਪੜਿਆ।
ਹੁਣ ਕਹਿੰਦੇ ਆਮ ਸੰਸਾਰ ਨੂੰ ਤਾਂ ਮੂਰਖ ਹੀ ਸਮਝਿਆ ਜਾਂਦਾ, ਬਾਕੀ ਤਾਂ ਮੂਰਖ ਹੀ ਤੁਰੇ ਫਿਰਦੇ ਆ, ਇਹਨਾਂ ਨੂੰ ਤਾਂ ਧਰਮ ਦਾ ਪਤਾ ਹੀ ਨਹੀਂ ਹੈ। ਗ੍ਰਸਤੀਆਂ ਨੂੰ ਤਾਂ ਧਰਮ ਦਾ ਪਤਾ ਹੀ ਨਹੀਂ, ਧਰਮ ਹੁੰਦਾ ਕੀ ਹੈ। ਇਹ ਤਾਂ ਸਵੇਰੇ ਕੰਮ ਤੇ ਚਲੇ ਗਏ, ਸ਼ਾਮ ਨੂੰ ਆ ਗਏ, ਰੋਟੀ ਖਾਧੀ, ਸੌਂ ਗਏ, ਫਿਰ ਤੜਕੇ ਕੰਮ ਤੇ ਚਲੇ ਗਏ, ਰੋਟੀ ਖਾ ਕੇ ਸ਼ਾਮ ਨੂੰ ਆ ਕੇ ਰੋਟੀ ਖਾਧੀ, ਸੌਂ ਗਏ। ਕਹਿੰਦੇ ਇਹਨਾਂ ਨੂੰ ਧਰਮ ਦਾ ਕੀ, ਮੂਰਖ ਹੈ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਐ ਪੁਰਖੋ ਅਸੀਂ ਮੂਰਖ ਹਾਂ ਭਾਵੇਂ, ਪਰ ਕਹਿੰਦੇ ਅਸੀਂ ਅਕਾਲ ਪੁਰਖ ਨੂੰ ਪੜ੍ਹਿਆ ਹੈ, ਅਕਾਲ ਪੁਰਖ ਨੂੰ ਸਮਝਿਆ ਹੈ। ਮੈਂ ਮੂਰਖ ਹਰ ਹਰ ਜਪ ਪੜ੍ਹਿਆ, ਅਸੀਂ ਮੂਰਖ ਹੈ। ਠੀਕ ਹੈ, ਕਹਿੰਦੇ ਤੁਸੀਂ ਆਪਣੇ ਆਪ ਨੂੰ ਵਿਦਵਾਨ ਮੰਨਦੇ ਹੋ, ਸਾਨੂੰ ਤੁਸੀਂ ਕਹਿੰਦੇ ਹੋ ਵੀ ਸਮਝ ਹੀ ਕੋਈ ਨਹੀਂ, ਕਿਉਂਕਿ ਇਹਨਾਂ ਨੂੰ ਵੇਦ ਨਹੀਂ ਆਉਂਦੇ, ਇਹਨਾਂ ਨੂੰ ਸਿਮਰਤੀਆਂ ਨਹੀਂ ਆਉਂਦੀਆਂ, ਇਹਨਾਂ ਨੂੰ ਸ਼ਾਸਤਰ ਨਹੀਂ ਆਉਂਦੇ, ਇਹਨਾਂ ਨੂੰ ਯੋਗ ਦੇ ਫਲਸਫੇ ਦਾ ਪਤਾ ਨਹੀਂ ਹੈ। ਕਹਿੰਦੇ ਭਾਈ ਪੁਰਖੋ ਭਾਵੇਂ ਅਸੀਂ ਸਿਮਰਤੀਆਂ ਨਹੀਂ ਪੜ੍ਹੀਆਂ, ਸ਼ਾਸਤਰ ਨਹੀਂ ਪੜ੍ਹੇ, ਵੇਦ ਨਹੀਂ ਪੜ੍ਹਿਆ, ਯੋਗ ਨਹੀਂ ਪੜ੍ਹਿਆ, ਸਾਖ ਨਹੀਂ ਪੜ੍ਹਿਆ, ਵੇਦਾਂਤ ਨਹੀਂ ਪੜ੍ਹਿਆ, ਪਰ ਅਸੀਂ ਅਕਾਲ ਪੁਰਖ ਨੂੰ ਪੜ੍ਹਿਆ ਹੈ, ਅਸੀਂ ਅਕਾਲ ਪੁਰਖ ਨੂੰ ਪੜ੍ਹਿਆ ਹੈ, ਅਕਾਲ ਪੁਰਖ ਨੂੰ ਸਮਝਿਆ ਹੈ। ਪੜ੍ਹੇ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਸਮਝਣਾ। ਬੰਦਾ ਪੜ੍ਹਦਾ ਨਾ, ਸਮਝਦਾ, ਪੜ੍ਹਾਈ ਨੂੰ ਸਮਝਿਆ ਹੀ ਜਾਂਦਾ ਨਾ ਗੁਰੂ ਪਿਆਰਿਓ। ਕਿਤਾਬ ਪੜ੍ਹ ਲਈ ਤੇ ਜੇ ਕਿਤਾਬ ਦੇ ਵਿੱਚ ਲਿਖਿਆ ਕੀ ਹੈ ਇਸ ਗੱਲ ਦਾ ਪਤਾ ਹੀ ਨਹੀਂ ਹੈ, ਤੇ ਫਿਰ ਪੜ੍ਹੀ ਤਾਂ ਕੋਈ ਅਰਥ ਨਹੀਂ ਨਾ ਰੱਖਦੀ। ਤਾਂ ਪੜ੍ਹਨ ਦਾ ਮਤਲਬ ਹੁੰਦਾ ਸਮਝਣਾ। ਕਹਿੰਦੇ ਅਸੀਂ ਅਕਾਲ ਪੁਰਖ ਨੂੰ ਪੜ੍ਹਿਆ, ਅਕਾਲ ਪੁਰਖ ਨੂੰ ਸਮਝਿਆ। ਭਾਈ ਹੁਣ ਤੁਸੀਂ ਸਾਨੂੰ ਮੂਰਖ ਕਹਿ ਲਓ, ਤੁਸੀਂ ਸਾਨੂੰ ਵਿਦਵਾਨ ਕਹਿ ਲਓ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰਿਓ ਬਚਨ ਆਖਦੇ ਨੇ। ਅੱਗੇ ਉਹੀ ਰਹਾਓ ਦੀ ਪੰਕਤੀ ਹੈ। ਫਿਰ ਅਕਾਲ ਪੁਰਖ ਨੂੰ ਕਹਿੰਦੇ ਨੇ ਨਾ ਜਾਣਾ ਕਿਆ ਗਤ ਰਾਮ ਹਮਾਰੇ, ਹਰ ਭਜ ਮਨ ਮੇਰੇ, ਤਰ ਭਉ ਜਲ ਤੂੰ ਤਾਰੇ। ਹੇ ਵਾਹਿਗੁਰੂ ਅਸੀਂ ਕਿਸ ਸਟੇਜ ਤੇ ਬੈਠੇ ਹਾਂ, ਸਾਡੀ ਅਵਸਥਾ ਕੀ ਹੈ, ਇਹ ਅਸੀਂ ਨਹੀਂ ਜਾਣਦੇ। ਹੇ ਮੇਰੇ ਮਨ ਤੂੰ ਅਕਾਲ ਪੁਰਖ ਨੂੰ ਜਪਿਆ ਕਰ। ਜੇ ਤੂੰ ਅਕਾਲ ਪੁਰਖ ਨੂੰ ਜਪੇਂਗਾ ਤੂੰ ਤਾਰੂ ਬਣ ਕੇ, ਤਾਰੀ ਲਾ ਕੇ ਇਸ ਜਗਤ ਜਿਹੜਾ ਭੈ ਦਾ ਸਮੁੰਦਰ ਹੈ ਨਾ, ਇਹਨੂੰ ਪਾਰ ਲੰਘ ਜਾਏਗਾ। ਇਹਨੂੰ ਤੂੰ ਪਾਰ ਲੰਘ ਜਾਏਗਾ, ਭਵਜਲ ਤੋਂ ਪਾਰ ਹੋ ਜਾਏਗਾ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਆਖਦੇ ਨੇ। ਰਹਾਉ ਅੱਗੇ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ। ਸੰਨਿਆਸੀ ਵਿਭੂਤ ਲਾਏ ਦੇਹ ਸਵਾਰੇ, ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੇ। ਮਹਾਰਾਜ ਕਹਿੰਦੇ ਸੰਨਿਆਸੀਆਂ ਨੂੰ ਦੇਖੀਏ। ਸੰਨਿਆਸੀ ਕੀ ਕਰਦੇ ਨੇ? ਕਹਿੰਦੇ ਉਹ ਪਿੰਡੇ ਤੇ ਸਵਾਹ ਮਲਦੇ ਨੇ। ਚਿੱਟੀ ਸਵਾਹ ਜਿਹੜੀ ਹੈ ਨਾ, ਉਹਨੂੰ ਪਿੰਡੇ ਤੇ ਲਾ ਕੇ ਆਪਣੇ ਸਰੀਰ ਨੂੰ ਸਵਾਰ ਲੈਂਦੇ ਨੇ। ਉਹ ਕਹਿੰਦੇ ਆ ਜਾਓ, ਸਾਡੇ ਤੋਂ ਵੱਡਾ ਧਰਮੀ ਕਿਹੜਾ? ਕਹਿੰਦੇ ਅਸੀਂ ਕੱਪੜੇ ਨਹੀਂ ਪਾਉਂਦੇ, ਕੇਵਲ ਕੁਪੀਨ ਪਾਉਨੇ ਆ ਜਾਂ ਲੰਗੋਟੀ ਪਾਉਨੇ ਆ ਜਾਂ ਧੋਤੀ ਪਾਉਨੇ ਆ, ਪਿੰਡੇ ਤੇ ਸਵਾਹ ਮਲੀ ਹੈ। ਅਸੀਂ ਸਵਾਹ ਦੇ ਨਾਲ ਆਪਣੇ ਸਰੀਰ ਨੂੰ ਸੰਗਾਰਿਆ, ਇਸ ਕਰਕੇ ਸਾਡੇ ਤੋਂ ਵੱਡਾ ਧਰਮੀ ਕਿਹੜਾ ਭਾਈ? ਮਹਾਰਾਜ ਕਹਿੰਦੇ ਸੰਨਿਆਸੀਆਂ 'ਚ ਆਹ ਗੱਲ ਦੇਖੀ ਜਾ ਰਹੀ ਹੈ। ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ। ਸੰਨਿਆਸੀਆਂ ਨੇ ਵਿਭੂਤੀ ਲਾ ਕੇ ਆਪਣਾ ਸਰੀਰ ਸਵਾਰਿਆ ਹੋਇਆ। ਤੇ ਦੂਜੀ ਪੰਕਤੀ 'ਚ ਪਤਾ ਕੀ ਕਹਿੰਦੇ? ਅਗਲੀ ਪੰਕਤੀ 'ਚ ਕਹਿੰਦੇ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ। ਤੇ ਕਈ ਇਹੋ ਜਿਹੇ ਵੀ ਹੈ, ਉਹ ਕਹਿੰਦੇ ਅਸੀਂ ਬ੍ਰਹਮਚਾਰੀ ਹਾਂ ਕਿਉਂਕਿ ਅਸੀਂ ਪਰਾਈ ਇਸਤਰੀ ਦਾ ਤਿਆਗ ਕੀਤਾ। ਭਾਈ ਹੁਣ ਪਰਾਈ ਇਸਤਰੀ ਦਾ ਤਿਆਗ ਕਰਨਾ ਗੁਰੂ ਪਿਆਰਿਓ ਇਹ ਕੋਈ ਮਾੜੀ ਗੱਲ ਨਹੀਂ ਹੈ। ਪਰਾਈ ਇਸਤਰੀ ਦਾ ਤਿਆਗ ਕਰਨਾ ਜਿਹੜਾ ਹੈ, ਇਹ ਗੁਰੂ ਪਿਆਰਿਓ ਜਿਹੜਾ ਹੈ ਇਹ ਅਤੀ ਉੱਤਮ ਹੈ। ਪਰ ਇਸੇ ਨੂੰ ਆਪਣਾ ਧਰਮ ਸਮਝ ਲੈਣਾ ਇਹ ਗੁਰੂ ਪਿਆਰਿਓ ਠੀਕ ਨਹੀਂ ਹੈ। ਇਸੇ ਹੰਕਾਰ 'ਚ ਤੁਰੇ ਫਿਰਨਾ ਕਿ ਮੈਂ ਪਰਾਈ ਇਸਤਰੀ ਦਾ ਤਿਆਗ ਕੀਤਾ ਹੈ ਜਾਂ ਮੈਂ ਇਸਤਰੀ ਦਾ ਹੀ ਤਿਆਗ ਕਰ ਦਿੱਤਾ ਹੈ, ਇਸ ਕਰਕੇ ਮੇਰੇ ਤੋਂ ਵੱਡਾ ਕੋਈ ਧਰਮ ਹੀ ਨਹੀਂ ਹੈ। ਬਹੁਤ ਸਾਰੇ ਅੱਜ ਵੀ ਹੈ ਗੁਰੂ ਪਿਆਰਿਓ ਸੰਸਾਰ ਦੇ ਅੰਦਰ ਐਸੇ, ਖਾਸ ਤੌਰ ਤੇ ਭਾਰਤ ਦੇ ਵਿੱਚ ਵੀ ਐਸੇ ਬਹੁਤ ਸਾਰੀ ਜਗ੍ਹਾ ਸਾਧੂ ਮਹਾਤਮਾ ਬੈਠੇ ਹੈ ਜਿਹੜੇ ਕਹਿੰਦੇ ਅਸੀਂ ਇਸਤਰੀ ਨੂੰ ਮੱਥੇ ਨਹੀਂ ਲਾਉਂਦੇ। ਠੀਕ ਹੈ, ਤੁਸੀਂ ਪਰਨ ਬਣਾ ਲਿਆ, ਕੋਈ ਆਲੋਚਨਾ ਨਹੀਂ ਹੈ, ਪਰ ਇਸੇ ਨੂੰ ਹੀ ਧਰਮ ਸਮਝਣਾ ਇਹ ਤਾਂ ਭਾਈ ਠੀਕ ਨਹੀਂ ਨਾ ਹੈ। ਤੇ ਜੇ ਬਾਣੀ ਨੂੰ ਪੁੱਛੀਏ ਮਹਾਰਾਜ ਤੁਹਾਡੀ ਕੀ ਰਾਏ ਹੈ, ਬਾਣੀ ਨੂੰ ਪੁੱਛੀਏ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੀਏ ਵੀ ਮਹਾਰਾਜ ਕੀ ਇੱਕ ਗੁਣ ਇਹ ਧਾਰ ਲੈਣਾ ਜੀਵ ਨੂੰ ਪਾਰ ਲੰਘਾ ਦਿੰਦਾ? ਕੀ ਇਹ ਇੱਕ ਗੁਣ ਧਾਰ ਲੈਣਾ ਕਿ ਮੈਂ ਇਸਤਰੀ ਦਾ ਤਿਆਗ ਕਰ ਦਿੱਤਾ, ਇਸੇ ਨਾਲ ਹੀ ਜੀਵ ਪਾਰ ਲੰਘ ਜਾਏਗਾ?
ਤੇ ਫਿਰ ਬਾਣੀ ਦੇ ਵਿੱਚ ਇੱਕ ਪੰਗਤੀ ਹੈ ਗੁਰੂ ਪਿਆਰਿਓ, ਕਹਿੰਦੇ ਬਿੰਦ ਰਾਖ ਜਾਓ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਭਗਤ ਕਬੀਰ ਜੀ ਦਾ ਬਚਨ ਹੈ। ਉਹ ਕਹਿੰਦੇ ਜੇ ਬਿੰਦ ਨੂੰ ਰੱਖਣ ਦੇ ਨਾਲ ਹੀ ਪਾਰ ਲੰਘ ਸਕੀਦਾ ਹੁੰਦਾ ਤੇ ਖੁਸਰੇ ਕਿਉਂ ਨਾ ਪਰਮਗਤ ਪਾਈ। ਫਿਰ ਕਹਿੰਦੇ ਖੁਸਰੇ ਜਿਹੜੇ ਨੇ ਥਰਡ ਜੈਂਡਰ ਜਿਹੜਾ ਹੈ ਉਹਨੇ ਪਰਮਗਤੀ ਕਿਉਂ ਨਾ ਪਾ ਲਈ ਭਾਈ। ਨਹੀਂ, ਇੱਕ ਗੁਣ ਧਾਰ ਕੇ ਤੇ ਉਸ ਇੱਕ ਗੁਣ ਦਾ ਹੀ ਹੰਕਾਰ ਕਰੀ ਜਾਣਾ ਕਿ ਮੇਰੇ ਵਰਗਾ ਧਰਮੀ ਕਿਹੜਾ ਹੈ, ਮੈਂ ਇਸਤਰੀ ਦਾ ਤਿਆਗ ਕਰ ਦਿੱਤਾ, ਮੈਂ ਇਸਤਰੀ ਦਾ ਤਿਆਗ ਕਰ ਦਿੱਤਾ ਹੈ। ਕਹਿੰਦੇ ਇਹ ਕਾਫੀ ਨਹੀਂ ਹੈ। ਜਾਂ 5 ਐਬ ਹੈ ਨਾ ਗੁਰੂ ਪਿਆਰਿਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੰਦਾ ਇੱਕ ਐਬ ਦਾ ਤਿਆਗ ਕਰ ਦੇ। ਮੈਂ ਲੋਭੀ ਨਹੀਂ ਹੈ ਜੀ, ਮੈਂ ਸਭ ਤੋਂ ਵੱਡਾ ਧਰਮੀ ਹਾਂ, ਮੈਂ ਕਦੇ ਲਾਲਚ ਨਹੀਂ ਕੀਤਾ ਜੀ, ਮੈਂ ਕਦੇ ਲਾਲਚ ਨਹੀਂ ਕੀਤਾ। ਠੀਕ ਹੈ ਭਾਈ, ਲਾਲਚ ਨਹੀਂ ਕੀਤਾ, ਪਰ ਕ੍ਰੋਧ ਬੈਠਾ, ਕਾਮ ਬੈਠਾ, ਹੰਕਾਰ ਬੈਠਾ, ਮੋਹ ਬੈਠਾ। ਮੈਂ ਨਹੀਂ ਜੀ ਮੋਹ ਮਾਇਆ ਦੇ ਵਿੱਚ ਫਸਿਆ, ਮੈਂ ਛੱਡਤਾ ਸਾਰਾ ਕੁਝ, ਘਰ ਵੀ ਛੱਡਤਾ ਜੀ, ਬਾਹਰ ਵੀ ਛੱਡਤਾ ਜੀ। ਵੀ ਠੀਕ ਹੈ, ਤੂੰ ਮੋਹ ਛੱਡਤਾ, ਪਰ ਤੇਰੇ ਅੰਦਰ ਕਾਮ ਬੈਠਾ, ਤੇਰੇ ਅੰਦਰ ਕ੍ਰੋਧ ਬੈਠਾ, ਤੇਰੇ ਅੰਦਰ ਈਰਖਾ ਬੈਠੀ। ਇਸ ਕਰਕੇ ਗੁਰੂ ਪਿਆਰਿਓ ਇੱਕ ਗੁਣ ਦਾ ਤਿਆਗ ਕਰਕੇ ਸਮਝ ਲੈਣਾ ਕਿ ਮੈਂ ਇਸ ਇੱਕ ਗੁਣ ਦੇ ਬਲਬੂਤੇ ਜਗਤ ਤੋਂ ਪਾਰ ਲੰਘ ਜਾਵਾਂਗਾ, ਇਹ ਗੁਰੂ ਪਿਆਰਿਓ ਕਾਫੀ ਨਹੀਂ ਹੈ। ਪਰਾਈ ਇਸਤਰੀ ਦਾ ਤਿਆਗ ਕਰਨਾ ਇਹ ਗੁਰੂ ਪਿਆਰਿਓ ਇੱਕ ਗੁਣ ਹੈ, ਇੱਕ ਗੁਣ ਹੈ। ਪਰ ਪਰਾਈ ਇਸਤਰੀ ਦਾ ਤਿਆਗ ਕਰਕੇ ਆਪਣੇ ਆਪ ਨੂੰ ਧਰਮੀ ਸਮਝ ਕੇ ਸੰਸਾਰ ਦੇ ਵਿੱਚ ਵਰਤਣਾ ਵੀ ਬਸ ਮੈਂ ਪਾਰ ਲੰਘ ਜੂ, ਬਾਕੀ ਸਾਰਾ ਕੁਝ ਹੀ ਕਰੀ ਜਾਣਾ। ਗੁਰੂ ਪਿਆਰਿਓ ਲਾਲਚ ਵੀ ਕਰ ਲਿਆ, ਪੈਸਾ ਵੀ ਇਕੱਠਾ ਕਰ ਲਿਆ ਬੇਈਮਾਨੀ ਨਾਲ, ਤੇ ਕਹਿਣਾ ਕਿ ਮੈਂ ਪਾਰ ਲੰਘ ਜਾਣਾ। ਕਿਉਂ ਬਈ? ਪੁੱਛਿਆ ਜਾਏਗਾ ਕਾਂ ਬਈ, ਹਾਂ ਬਈ ਦੱਸ ਕਿਹੜੀ ਗੱਲੋਂ ਪਾਰ ਲੰਘਣਾ। ਮੈਂ ਜੀ ਸਾਰੀ ਜ਼ਿੰਦਗੀ ਪਰਾਈ ਇਸਤਰੀ ਦਾ ਤਿਆਗ ਕੀਤਾ। ਮਹਾਰਾਜ ਕਹਿੰਦੇ ਠੀਕ ਹੈ, ਸਾਰੀ ਜ਼ਿੰਦਗੀ ਪਰਾਈ ਇਸਤਰੀ ਦਾ ਤਿਆਗ ਕੀਤਾ, ਵਧੀਆ ਗੱਲ ਹੈ, ਪਰ ਬਾਕੀ ਪੰਡਾ ਨਾਲ ਚੱਕੀ ਫਿਰਦਾ, ਇਹਦਾ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਕਹਿੰਦੇ ਐਸੇ ਵੀ ਲੋਕ ਹੈਗੇ ਐ ਜਿਹੜੇ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ, ਪਰਾਈ ਇਸਤਰੀ ਦਾ ਤਿਆਗ ਕਰਕੇ ਬ੍ਰਹਮਚਾਰਿਆ ਧਾਰਨ ਕੀਤਾ ਹੋਇਆ ਹੈ। ਬੜੇ ਮਹਾਤਮਾ ਜੀ ਇਹ। ਅੱਛਾ ਜੀ, ਬੜੇ ਮਹਾਤਮਾ ਕੀ ਗੁਣ ਹੈ ਜੀ? ਕਹਿੰਦੇ ਬ੍ਰਹਮਚਾਰੀ ਹੈ ਜੀ। ਠੀਕ ਹੈ ਜੀ, ਬ੍ਰਹਮਚਾਰੀ ਹੈ। ਕੀ ਬ੍ਰਹਮਚਾਰੀ ਹੈ ਇਹਨਾਂ ਦਾ ਜੀ? ਇਹ ਇਸਤਰੀ ਦੇ ਤਿਆਗੀ ਨੇ ਜੀ, ਇਸਤਰੀ ਦੇ ਤਿਆਗੀ ਨੇ। ਇਹ ਕਾਫੀ ਨਹੀਂ ਗੱਲਾਂ ਗੁਰੂ ਪਿਆਰਿਓ, ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ। ਤੇ ਫਿਰ ਅੱਗੇ ਆਖਦੇ ਨੇ ਮੈਂ ਮੂਰਖ ਹਰ ਆਸ ਤੁਮਾਰੇ। ਅਕਾਲ ਪੁਰਖ ਨੂੰ ਕਹਿੰਦੇ ਨੇ ਸੱਚੇ ਪਾਤਸ਼ਾਹ, ਆ ਸੰਨਿਆਸੀਆਂ ਵੱਲ ਵੇਖਦੇ ਆ, ਵਿਭੂਤੀ ਲਾ ਕੇ ਆਪਣੀ ਦੇਹ ਸਵਾਰੀ ਫਿਰਦੇ ਆ। ਆ ਮਹਾਰਾਜ ਬ੍ਰਹਮਚਾਰੀਆਂ ਵੱਲ ਨਹੀਂ ਦੇਖਦੇ ਆ, ਕਹਿੰਦੇ ਅਸੀਂ ਇਸਤਰੀ ਦਾ ਤਿਆਗ ਕੀਤਾ ਹੈ, ਅਸੀਂ ਧਰਮੀ ਹੈ। ਪਰ ਹੇ ਅਕਾਲ ਪੁਰਖ ਜੀ, ਸਾਨੂੰ ਤਾਂ ਤੁਹਾਡੇ ਤੇ ਭਰੋਸਾ ਹੈ। ਮੈਂ ਮੂਰਖ ਹਰ ਆਸ ਤੁਮਾਰੀ, ਇਹ ਸਾਨੂੰ ਗ੍ਰਸਤੀਆਂ ਨੂੰ, ਸਾਨੂੰ ਜਗਤ ਦੇ ਲੋਕਾਂ ਨੂੰ ਮੂਰਖ ਕਹਿੰਦੇ ਹੈ। ਸਾਡੀ ਮੂਰਖਾਂ ਦੀ ਤਾਂ ਤੁਹਾਡੇ ਤੇ ਆਸ ਹੈ, ਤੁਹਾਡੇ ਤੇ ਟੇਕ ਹੈ, ਤੁਹਾਡੇ ਤੇ ਭਰੋਸਾ ਹੈ। ਸੱਚੇ ਪਾਤਸ਼ਾਹ ਸਾਡੇ ਤੁਸੀਂ ਬਾਂਹ ਫੜਨੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਜ਼ਿਕਰ ਕਰਦੇ ਨੇ। ਖੱਤਰੀ ਕਰਮ ਕਰੇ ਸੂਰਤਨ ਪਾਵੈ, ਸੂਦ ਵੈਸ ਪਰ ਕਿਰਤ ਕਮਾਵੈ। ਹੁਣ ਸ਼ਾਸਤਰ ਕੀ ਕਹਿੰਦਾ ਗੁਰੂ ਪਿਆਰਿਓ ਸਨਾਤਨ ਮਤ ਦਾ? ਸਨਾਤਨ ਮਤ ਦਾ ਸ਼ਾਸਤਰ ਜਿਹੜਾ ਹੈ ਉਹ ਸਮਾਜ ਨੂੰ 4 ਵਰਨਾਂ ਦੇ ਵਿੱਚ ਵੰਡਦਾ ਹੈ। ਇਹ ਗੁਰਮਤ ਦੀ ਫਿਲਾਸਫੀ ਨਹੀਂ ਹੈ, ਇਹ ਸ਼ਾਸਤਰਾਂ ਦੀ ਫਿਲਾਸਫੀ ਹੈ। ਸਨਾਤਨ ਮਤ ਦੇ ਧਰਮ ਗ੍ਰੰਥਾਂ ਦੀ ਫਿਲਾਸਫੀ ਹੈ। ਧਾਰਮਿਕ ਗ੍ਰੰਥ ਜਿਹੜੇ ਨੇ ਸਨਾਤਨ ਮਤ ਦੇ, ਉਹ 4 ਵਰਨਾਂ ਦੇ ਵਿੱਚ ਸਮਾਜ ਨੂੰ ਵੰਡਦੇ ਨੇ। ਖੱਤਰੀ ਹੈ, ਪਹਿਲਾਂ ਬ੍ਰਾਹਮਣ ਹੈ, ਦੂਜਾ ਖੱਤਰੀ ਹੈ, ਤੀਜਾ ਵੈਸ ਹੈ ਤੇ ਚੌਥਾ ਸੂਦਰ ਹੈ। 4 ਦੇ ਰੰਗ ਵੀ ਨਿਰਧਾਰਤ ਕਰਤੇ, 4 ਦੇ ਕਰਮ ਵੀ ਨਿਰਧਾਰਤ ਕਰਤੇ, 4 ਦੇ ਵਿਧੀ ਵਿਧਾਨ ਵੀ ਨਿਰਧਾਰਤ ਕਰ ਦਿੱਤੇ ਸ਼ਾਸਤਰ ਨੇ। ਤੇ ਉਹਨਾਂ ਮੁਤਾਬਕ ਕਹਿੰਦੇ ਚੱਲੋ ਭਾਈ। ਹੁਣ ਖੱਤਰੀ ਦਾ ਕੀ ਧਰਮ ਹੈ? ਬ੍ਰਾਹਮਣ ਦਾ ਧਰਮ ਤਾਂ ਦੱਸਤਾ ਮਹਾਰਾਜ ਨੇ ਕਿ ਪੰਡਤ ਜਿਹੜਾ ਹੈ ਉਹ ਭਾਈ ਵੇਦ ਸਿਮਰਤੀਆਂ ਪੜ੍ਹਦਾ। ਹੁਣ ਖੱਤਰੀ ਦਾ ਦੱਸਦੇ ਨੇ ਸ਼ਾਸਤਰਾਂ ਮੁਤਾਬਕ ਖੱਤਰੀ ਕਰਮ ਕਰੇ। ਹੁਣ ਖੱਤਰੀ ਦਾ ਕਰਮ ਕੀ ਸੀ? ਖੱਤਰੀ ਦਾ ਕਰਮ ਸੀ ਰਾਜ ਕਰਨਾ, ਦੁਸ਼ਮਣਾਂ ਦੇ ਨਾਲ ਜੰਗ ਲੜਨੇ, ਆਪਣੀ ਪ੍ਰਜਾ ਨੂੰ ਦੁਸ਼ਮਣਾਂ ਤੋਂ ਬਚਾਉਣਾ। ਹਾਲਾਂਕਿ ਗੁਰੂ ਪਿਆਰਿਓ ਇਹ ਫਰਜ਼ ਕਦੇ ਨਿਭਾਇਆ ਨਹੀਂ ਖੱਤਰੀਆਂ ਨੇ। ਜੇ ਨਿਭਾਇਆ ਹੁੰਦਾ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਕਹਿਣ ਦੀ ਲੋੜ ਨਾ ਪੈਂਦੀ, ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਜਦੋਂ ਬਾਹਰੋਂ ਹਮਲਾਵਰ ਆਏ ਨਾ ਗੁਰੂ ਪਿਆਰਿਓ, ਉਦੋਂ ਸਭ ਨੇ
ਤਲਵਾਰਾਂ ਛੱਡ ਕੇ ਤੱਕੜੀਆਂ ਹੱਥ 'ਚ ਫੜ ਲਈਆਂ। ਪਰ ਕਿਉਂਕਿ ਸ਼ਾਸਤਰ ਕਹਿੰਦਾ ਕਿ ਖੱਤਰੀ ਦਾ ਜਿਹੜਾ ਧਰਮ ਹੈ ਉਹ ਲੜਨਾ ਹੈ ਤੇ ਸੂਰਮਗਤੀ ਨੂੰ ਪ੍ਰਾਪਤ ਕਰਨਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਖੱਤਰੀ ਕਰਮ ਕਰੇ ਸੂਰਤਨ ਪਾਵੈ। ਖੱਤਰੀ ਆਪਣੇ ਲੜਾਈ ਪੜ੍ਹਾਈ ਵਾਲੇ ਕਰਮ ਕਰਕੇ ਸੂਰਮਗਤੀ ਨੂੰ ਕਹਿੰਦੇ ਪ੍ਰਾਪਤ ਕਰਦਾ। ਸੂਦ ਵੈਸ ਪ੍ਰਕਿਰਤ ਕਮਾਵੇ। ਵੈਸ ਦਾ ਕੀ ਕਰਮ ਨਿਰਧਾਰਿਤ ਕੀਤਾ ਸ਼ਾਸਤਰਾਂ ਨੇ? ਵੈਸ ਦਾ ਕਰਮ ਕੀਤਾ ਕਿ ਵਣਜ ਕਰਨਾ ਹੈ। ਤੇ ਸ਼ੂਦਰ ਦਾ ਕੀ ਕੀਤਾ? ਸ਼ੂਦਰ ਨੂੰ ਕਹਿੰਦੇ ਤੂੰ ਤਿੰਨਾਂ ਦੀ ਸੇਵਾ ਕਰਨੀ, ਤੂੰ ਤਿੰਨਾਂ ਦੀ ਸੇਵਾ ਕਰਨੀ। ਸੂਦ ਵੈਸ ਪ੍ਰਕਿਰਤ ਕਮਾਵੇ। ਤੂੰ ਪਰਾਈ ਦੀ ਕਿਰਤ ਕਰਨੀ ਹੈ, ਪਰਾਈ ਲਈ ਕਿਰਤ ਕਰਨੀ ਹੈ, ਭਾਵ ਸੇਵਾ ਕਰਨੀ ਹੈ, ਵਣਜ ਕਰਨਾ ਹੈ। ਬਾਕੀ ਦੂਜਾ ਚੌਥੇ ਦੇ ਹਿੱਸੇ ਜਿੰਮੇ ਪਾਤਾ ਵੀ ਤੂੰ ਤਿੰਨਾਂ ਦੀ ਸੇਵਾ ਕਰਨੀ ਹੈ। ਇਹ ਕਹਿੰਦੇ ਸਮਾਜ ਦੇ ਵਿੱਚ ਪ੍ਰਚਲਨ ਜਿਹੜਾ ਹੈ ਉਹ ਸ਼ਾਸਤਰਾਂ ਦੇ ਮੁਤਾਬਕ ਚੱਲ ਰਿਹਾ ਹੈ। ਕੌਣ ਕਹਿ ਰਿਹਾ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ। ਤੇ ਫਿਰ ਆਖਰੀ ਦੂਜੀ ਪੰਕਤੀ ਜਿਹੜੀ ਅਗਲੀ ਉਹਦੇ 'ਚ ਕਹਿੰਦੇ ਨੇ, ਮੈਂ ਮੂਰਖ ਹਰ ਨਾਮ ਛੜਾਵੈ। ਮਹਾਰਾਜ ਸਾਨੂੰ ਤਾਂ ਮੂਰਖ ਹੀ ਦੱਸਦੇ ਨੇ। ਸਾਨੂੰ ਕਹਿੰਦੇ ਖੱਤਰੀ ਦਾ ਧਰਮ ਨਿਭਾਉਣੇ ਆ, ਨਾ ਤਾਂ ਤੁਸੀਂ ਵੈਸ ਦਾ, ਨਾ ਸੂਦਰ ਦਾ, ਤੁਸੀਂ ਤਾਂ ਧਰਮੀ ਹੋ ਹੀ ਨਹੀਂ, ਤੁਸੀਂ ਤਾਂ ਧਰਮੀ ਨਹੀਂ ਹੋ। ਸਾਨੂੰ ਤਾਂ ਮੂਰਖ ਕਹਿੰਦੇ ਨੇ। ਪਰ ਕਹਿੰਦੇ ਹੇ ਅਕਾਲ ਪੁਰਖ ਜੀ, ਮੈਂ ਮੂਰਖ ਹਰ ਨਾਮ ਛੜਾਵੇ। ਪਰ ਸਾਨੂੰ ਮੂਰਖਾਂ ਨੂੰ ਤਾਂ ਤੁਹਾਡਾ ਨਾਮ ਛਡਾਉਂਦਾ ਹੈ, ਤੁਹਾਡਾ ਨਾਮ ਬਚਾਉਂਦਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰ ਪਿਆਰੇ ਜ਼ਿਕਰ ਕਰਦੇ ਨੇ। ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਏ। ਗੁਰਮੁਖ ਨਾਨਕ ਦੇ ਵਡਿਆਏ। ਹੁਣ ਆਖਰੀ ਪਦ ਹੈ ਗੁਰੂ ਪਿਆਰਿਓ, ਆਖਰੀ ਪਦ, ਇੱਕ ਪਦੇ ਦੀਆਂ 3 ਪੰਕਤੀਆਂ ਨੇ। ਆਖਰੀ ਪਦੇ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ, ਸਭ ਤੇਰੀ ਸ੍ਰਿਸ਼ਟ। ਇਹ ਜਿਹੜੀ ਸ੍ਰਿਸ਼ਟੀ ਹੈ ਨਾ ਸਾਰੀ, ਇਹ ਤੇਰੀ ਹੈ। ਤੂੰ ਸਾਜੀ ਹੈ ਤੇ ਤੂੰ ਸਾਜ ਕੇ ਕਿਤੇ ਚਲਾ ਨਹੀਂ ਗਿਆ ਜਾਂ ਕਿਤੇ ਪਾਸੇ ਨਹੀਂ ਬਹਿ ਗਿਆ, ਬਲਕਿ ਇਸ ਸ੍ਰਿਸ਼ਟੀ ਨੂੰ ਸਾਜ ਕੇ ਤੂੰ ਆਪ ਇਸ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ। ਵਾਹਿਗੁਰੂ ਨੂੰ ਕਹਿੰਦੇ ਨੇ, ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਿਆ ਸਮਾਈ। ਤੂੰ ਆਪ ਰਹਿਆ ਸਮਾਈ, ਤੂੰ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇਆ ਹੋਇਆ ਹੈ। ਗੁਰਮੁਖ ਨਾਨਕ ਦੇ ਵਡਿਆਈ। ਹੇ ਧੰਨ ਗੁਰੂ ਨਾਨਕ ਸਾਹਿਬ ਜੀ, ਜਿਹੜੇ ਸਤਸੰਗਤ ਦੇ ਵਿੱਚ ਬੈਠੇ ਨੇ ਸੁਣਨ ਵਾਸਤੇ, ਇਹਨਾਂ ਨੂੰ ਸਮਝਾਓ ਕਿ ਜਿਹੜੇ ਗੁਰਮੁਖ ਹੋ ਜਾਂਦੇ ਨੇ। ਗੁਰਮੁਖ ਕੌਣ ਹੁੰਦਾ ਗੁਰੂ ਪਿਆਰਿਓ? ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ। ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਜਿਹੜੇ ਗੁਰੂ ਦੇ ਲੜ ਲੱਗ ਗਏ, ਉਹਨਾਂ ਨੂੰ ਅਕਾਲ ਪੁਰਖ ਮਾਣ ਦਿੰਦਾ, ਵਡਿਆਈਆਂ ਬਖਸ਼ਦਾ ਹੈ। ਕਿਹਨਾਂ ਨੂੰ ਮਾਣ ਦਿੰਦਾ, ਕਿਹਨਾਂ ਨੂੰ ਵਡਿਆਈਆਂ ਦਿੰਦਾ? ਜਿਹੜੇ ਗੁਰੂ ਦੇ ਲੜ ਲੱਗ ਜਾਂਦੇ ਨੇ। ਕਿਹੜੇ ਗੁਰੂ ਦੇ? ਪੂਰੇ ਗੁਰੂ ਦੇ ਲੜ ਲੱਗ ਜਾਂਦੇ ਨੇ। ਹੁਣ ਪੂਰਾ ਗੁਰੂ ਕਿੱਥੋਂ ਲੱਭੀਏ? ਸਿੱਖਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਗੁਰੂ ਪਿਆਰਿਓ, ਕਿਉਂਕਿ ਸਿੱਖਾਂ ਦਾ ਪੂਰਾ ਗੁਰੂ ਪ੍ਰਤੱਖ ਪ੍ਰਕਾਸ਼ਮਾਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਔਰ ਰੋਜ਼ ਯਾਦ ਕਰਦੇ ਹਾਂ ਅਸੀਂ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਨਾਲ ਜੁੜ ਗਏ, ਉਹਨਾਂ ਨੂੰ ਅਕਾਲ ਪੁਰਖ ਵਡਿਆਈ ਜਿਹੜਾ ਹੈ ਉਹ ਆਪ ਦਿੰਦਾ ਹੈ, ਆਪ ਦਿੰਦਾ ਹੈ। ਤੇ ਤੀਸਰੀ ਆਖਰੀ ਪਦੇ ਦੀ ਤੀਸਰੀ ਪੰਕਤੀ 'ਚ ਮਹਾਰਾਜ ਕਹਿੰਦੇ, ਮੈਂ ਅੰਧਲੇ ਹਰ ਟੇਕ ਟਿਕਾਈ। ਅਸੀਂ ਅੰਨਿਆਂ ਨੇ ਅਕਾਲ ਪੁਰਖ ਤੇ ਟੇਕ ਰੱਖੀ ਹੈ, ਅਕਾਲ ਪੁਰਖ ਤੇ ਟੇਕ ਟਿਕਾ ਰੱਖੀ ਹੈ। ਟੇਕ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਟੇਕ ਦਾ ਮਤਲਬ ਹੁੰਦਾ ਆਸਰਾ, ਓਟ। ਸੁਖਮਣੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਆ, ਮਹਾਰਾਜ ਕਹਿੰਦੇ, ਉਪਾਵ ਛੋੜ ਗਹੋ ਤਿਸਕੀ ਓਟ, ਨਿਮਖ ਮਹਾਂ ਹੋਵੇ ਤੇਰੀ ਛੋਟ। ਕਹਿੰਦੇ ਸਾਰੇ ਉਪਾਅ ਛੱਡ ਕੇ ਅਕਾਲ ਪੁਰਖ ਦੀ ਓਟ ਲੈ ਲਓ, ਤੁਹਾਡਾ ਛੁਟਕਾਰਾ ਹੋ ਜਾਏਗਾ। ਜਿਉਂ ਅੰਧਲੇ ਹੱਥ ਟੋਹਨੀ ਤਿਉਂ ਨਾਮ ਹਮਾਰਾ। ਜਿਵੇਂ ਅੰਨੇ ਦੇ ਹੱਥ ਦੇ ਵਿੱਚ ਫੜੀ ਸੋਟੀ ਉਹਦਾ ਸਹਾਰਾ ਹੁੰਦੀ ਹੈ ਨਾ, ਇਉਂ ਕਹਿੰਦੇ ਨਾਮ ਸਾਡਾ ਸਹਾਰਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਅਸੀਂ ਵੀ ਕਹਿੰਦੇ ਧਾਰਮਿਕ ਜਗਤ ਦੇ ਵਿੱਚ ਨਾ ਸਮਝ ਅੰਨੇ ਹੀ ਹਾਂ, ਪਰ ਅਸੀਂ ਅਕਾਲ ਪੁਰਖ ਦੀ ਟੇਕ ਲੈ ਲਈ ਹੈ, ਪਰਮਾਤਮਾ ਦੇ ਨਾਮ ਦੀ ਟੇਕ ਲੈ ਲਈ ਹੈ। ਇਹ ਨਾਮ ਸਾਨੂੰ ਜਗਤ ਤੋਂ ਪਾਰ ਲੈ ਜਾਏਗਾ। ਅਸੀਂ ਨਾਮ ਦਾ ਲੜ ਫੜ ਲਿਆ, ਨਾਮ ਦਾ ਪੱਲਾ ਫੜ ਲਿਆ, ਭਾਵੇਂ ਸਾਨੂੰ ਸਮਝ ਕੁਛ ਨਹੀਂ ਹੈ, ਧਾਰਮਿਕ ਜਗਤ ਦੀ ਸਾਨੂੰ ਸਮਝ ਕੁਛ ਨਹੀਂ ਹੈ, ਪਰ ਅਸੀਂ ਨਾਮ ਦਾ ਪੱਲਾ ਫੜ ਲਿਆ। ਅਸੀਂ ਨਾਮ ਦੇ ਆਸਰੇ ਜਗਤ ਤੋਂ ਪਾਰ ਲੰਘ ਜਾਣਾ ਹੈ। ਇਹ ਸਾਡੀ ਖਾਸੀਅਤ ਹੈ। ਹੋਰ ਭਾਵੇਂ ਸਾਡੀ ਕੋਈ ਖਾਸੀਅਤ ਮੰਨੇ ਸੰਸਾਰ ਨਾ ਮੰਨੇ,
पर एक खासियत है कि असी अकाल पुरख का पल्ला फड़ लिया, नाम का पल्ला फड़ लिया, तो जिथे नाम ने जाना है असी उत्थे चले जावांगे। नाम जगत तो पार लै जाएगा, नाम संसार तो पार लै जाएगा। ये धन गुरु रामदास महाराज ने गुरु प्यारे इत्थे सानू सिक्ख्या दित्ती। निश्चित किया समा हो चुकिया, आपां समाप्ति करते हैं। मैं फिर कह दियाँ कि अज दे जिहड़े सारे दिन दे दीवान है वो बहुत ही महान बंदगी भगती दे विच भिजी रूह संत बाबा तेजा सिंह जी की निੱਘੀ याद नूं समर्पित है। उन्हां दी पंथ नूं देन, उन्हां दे जीवन, उन्हां दी घालना, उन्हां दा मिशन, उन्हां दे प्रचार प्रसार दे दौरे, ये सारियां गल्लां बातां आपां दिन दे दीवानां विच विद्वानां पासों सरवण करांगे। कीर्तन भी होना है, इत्थे बच्चिआं ने कीर्तन करना है। कलगीधर ट्रस्ट बड़ू साहब वालों ये याद जिहड़ी है संत बाबा तेजा सिंह जी की मनाई जा रही है। आपने हाज़रियाँ भरनियां ने और सुनना है, टीवी माध्यम राही सुनीए, इत्थे बैठ के सुनीए, असी सुनना है। क्योंकि साडे पुरखां ने जिहड़ियां घालना घालियां, साडे बजुर्गां ने जिहड़ियां घालनावां घालणियां, उन्हां नूं सुनना साडा फर्ज है। गुरु प्यारिओ, जे सुनांगे तो असी उन्हां वर्गे बनन दा यतन करांगे। जे असी सुनांगे ना कि साडे पुरखां ने कीता की है, ये संत बाबा तेजा सिंह जी साडे बजुर्ग है, साडे पुरखे। संत अदर सिंह जी मस्तवाणा साहब वाले ये साडे पुरखे है। जे असी पुरखां दियां कीतियां घालनावां कमाइयां नूं सुनांगे नहीं तो फिर असी उन्हां वर्गा बनन दा यतन किवें करांगे। असी जे सुनांगे समझांगे तो साडे अंदर भी चणग पैदा होगी। उन्हां वर्गे तो नहीं, घट्टो घट्ट उन्हां दे पाए पूरनिਆਂ ते चलण दा यतन तां करिए। सुनना असी बहुत बहुत गुरु प्यारिओ धन्नवाद। दिल्ली से गुरुद्वारा प्रबंधक कमेटी का मानयोग सिंह साहब जी का बहुत बहुत धन्यवाद। आओ अकाल पुरख अगे अरदास करिए। 10 बजे फिर हाज़री भरांगे इस स्थान के उत्ते। आओ आखिरियां पंक्तियां पढ़ के समाप्ति करिए। सब तेरी सृष्ट तू आप रहया समाए, गुरमुख नानक दे वड़ियाए, मैं अंधले हर टेक टिकाए। वाहिगुरु जी का खालसा, वाहिगुरु जी की फतेह।